ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਡੇ ਸਭਨਾਂ ਦੇ ਅਤਿਅੰਤ ਵੱਡੇ ਭਾਗ ਹਨ। ਜੋ ਸਾਹਿਬ ਗਰੀਬ ਨਵਾਜ ਦਿਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ ਛਤਰ ਚਵਰ ਤਖਤ ਦੇ ਮਾਲਕ, कलयुग के बोहित नाम के जहाज, दसां पातशाहियां दे स्वरूप धन 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 साहिब श्री गुरु ग्रंथ साहिब महाराज जियां दे पावन पवित्र चरणां विच अज दे अमृत वेले दे दीवाना विच हाजरियां भर के अपने जीवन दियां अमोलक घड़ियां अते सवासां नूं सफलियां बना रहे हो। सतगुरु पावन गरीब नवाज पातशाह जी दे पावन दरबार गुरुद्वारा श्री दुख निवारण साहिब पातशाही नामी पटियाला जिस स्थान ते निरंतर ही ये प्रवाह चलते रहंदे है, उस पावन दरबार दे विच जिथे सतगुरु की बाणी विच फरमान करते हैं, सचखंड वसै निरंकार, जिथे निरंकार गुरुदेव पातशाह आप प्रतख वरतते हैं। गरीब नवाज पातशाह जी अपने पावन तखत ते अमृत वेले तो दीदार बख्शते हैं। गुरु की संगतां भेटावां लैके हाजिर होंदियां, सतगुरां दे पावन दर्शन दीदार करदियां। निता प्रति नेम अनुसार नितनेम चौंकी आसा जी दी वार दे कीर्तन उपरंत गुर हुक्म गुर विच शबद दी विचार उपरंत बिलावल चौंकी। इस तरह जान लईए साध संगत जी कि अमृत दा गुरबाणी दा प्रवाह जिस तरह मीह वरदा है, इस तरह इस धरती ते वरदा है। अमृत वेले संध्या दे समय, दिन दे समय जिथे इन्ना प्रवाह चलता है, उस धरती नूं साहिबां ने सचखंड कहा है। इस पावन दरबार दी वारगाह दे अंदर कोई भी प्रेमी मात्र श्रद्धा धारण करके इत्थे हाजरी भरदा है ते जान लो कि उहदे बहुत वड्डे भाग ने। क्योंकि साध संगत जी ये सतगुरां दे पावन बाणी दे वाक ने कि बिन भागां सतसंग ना लभै। फिर साहब जी कहते हैं, बड़ भागी हर संगत पावै, भागहीन भरम चोटा खावै। ਜਿਹੜੇ ਭਾਗਾਂ ਵਾਲੇ ਮਨੁੱਖ ਹੁੰਦੇ ਆ, ਉਹਨਾਂ ਨੂੰ ਸਤਿਗੁਰਾਂ ਦੀ ਪਾਵਨ ਗੋਦ ਪ੍ਰਾਪਤ ਹੁੰਦੀ ਹੈ, ਸਤਿਗੁਰਾਂ ਦੇ ਦੀਦਾਰ ਪ੍ਰਾਪਤ ਹੁੰਦੇ ਆ। ਕੱਲੇ ਕੱਲੇ ਗੁਰੂ ਕੇ ਦਰਬਾਰ ਦੇ ਪੱਖ ਦੇ ਵਿੱਚ ਬਖਸ਼ਿਸ਼ਾਂ ਨੇ,
ਜਿਹੜਾ ਕੋਈ ਇਹਨਾਂ ਨੇਤਰਾਂ ਦੇ ਨਾਲ ਗੁਰੂ ਕੇ ਦਰਸ਼ਨ ਕਰਦਾ ਹੈ, ਸਾਹਿਬ ਕਹਿੰਦੇ ਨੇਤਰ ਭਲੇ ਹੈ। ਜਿਹੜਾ ਕੋਈ ਇਹਨਾਂ ਕੰਨਾਂ ਦੇ ਨਾਲ ਗੁਰੂ ਕੀ ਬਾਣੀ ਸੁਣਦਾ, ਮਹਾਰਾਜ ਕਹਿੰਦੇ ਕੰਨਾਂ ਤੋਂ ਬਲਿਹਾਰੇ ਜਾਈਏ। ਜਿਹੜਾ ਕੋਈ ਇਹਨਾਂ ਚਰਨਾਂ ਨਾਲ ਚੱਲ ਕੇ ਗੁਰੂ ਕੇ ਦਰਬਾਰ ਪਹੁੰਚਦਾ, ਇਹਨਾਂ ਚਰਨਾਂ ਦੀ ਧੂੜੀ ਮਸਤਕ ਨਾਲ ਲਾਈਏ, ਸਾਡੇ ਭਾਗ ਬਣ ਜਾਣ। ਜਿਹੜਾ ਕੋਈ ਇਹਨਾਂ ਹੱਥਾਂ ਦੇ ਨਾਲ ਗੁਰੂ ਕੇ ਦਰਬਾਰ ਤੇ ਝਾੜੂ ਫੇਰਦਾ, ਭਾਂਡੇ ਮਾਂਜਦਾ, ਇਹ ਹੱਥ ਸਫਲੇ ਕਰ ਲਏ ਆ ਉਹਨੇ, ਨਹੀਂ ਤੇ ਸਫਲੇ ਨਹੀਂ ਮੰਨੇ ਜਾਂਦੇ। ਇਹਨਾਂ ਘਰਾਂ ਦੇ ਕੰਮਾਂ ਕਾਜਾਂ ਵਿੱਚ ਲੱਗਿਆ ਅਸੀਂ ਕਹੀਏ ਸਾਡੇ ਹੱਥ ਸਫਲੇ ਐ, ਇਹ ਪਰਉਪਕਾਰ ਲਈ ਨਹੀਂ ਵਰਤੇ ਗਏ, ਇਹ ਗੁਰੂ ਦੇ ਘਰ ਦੀ ਸੇਵਾ ਲਈ ਨਹੀਂ ਵਰਤੇ ਗਏ, ਤੇਰੇ ਆਪਣੇ ਮਨੋਰਥ ਲਈ ਵਰਤੇ ਗਏ ਐ, ਸਫਲੇ ਨਹੀਂ ਐ। ਪ੍ਰਸ਼ਾਦਾ ਤੂੰ ਛਕਦਾ, ਆਪਣੀ ਭੁੱਖ ਨਿਵਰਤ ਲਈ ਛਕਦਾ, ਇਹ ਨਾ ਜਾਣ ਕੇ ਉਹ ਸਫਲਾ ਹੋ ਰਿਹਾ। ਸਫਲਾ ਉਹ ਤਦੋਂ ਹੈ ਜਦੋਂ ਗੁਰਬਾਣੀ ਪੜ੍ਹ ਕੇ ਕਿਸੇ ਨੂੰ ਛਕਾ ਕੇ ਛਕੇਗਾ, ਉਸ ਦਿਨ ਉਹ ਗੁਰਮਤਿ ਦੇ ਵਿਚਕਾਰ ਹੋਵੇਗਾ, ਗੁਰਮਤਿ ਦੇ ਆਸ਼ੇ ਅਨੁਸਾਰ ਹੋਵੇਗਾ। ਕਾਰਜ ਸਾਰੇ ਹੀ ਕਰਦੀ ਹੈ ਦੁਨੀਆ। ਆਪ ਮਹਾਰਾਜ ਜੀਆਂ ਨੇ ਅੱਜ ਦੇ ਗੁਰਬਾਚ ਵਿੱਚ ਕਿਹਾ, ਇਹ ਜਿੰਨੇ ਕੁਟੰਬ ਦੇ ਧੰਦੇ ਨੇ, ਸਾਧ ਸੰਗਤ ਜੀ ਸਾਡੇ ਲਈ ਜੰਜਾਲ ਬਣੇ ਪਏ ਆ, ਜੰਜੀਰਾਂ ਬਣੀਆਂ ਪਈਆਂ। ਪਰ ਇਹ ਜੰਜੀਰਾਂ ਟੁੱਟਦੀਆਂ ਉਦੋਂ ਹੈ ਜਦੋਂ ਗੁਰਮਤਿ ਦਾ ਆਸ਼ਾ ਸਾਡੇ ਉੱਤੇ ਢਲਦਾ ਹੈ। ਤੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਉੱਤੇ ਜਿਹੜਾ ਆ ਕੇ ਮੱਥਾ ਟੇਕਦਾ ਹੈ, ਉਹਦੇ ਭਾਈ ਮਸਤਕ ਦੇ ਮਾੜੇ ਕਰਮ ਬਦਲ ਜਾਂਦੇ ਆ। ਨੇਤਰ ਸਫਲ ਹੁੰਦੇ ਆ, ਕੰਨ ਸਫਲੇ ਹੋ ਜਾਂਦੇ ਆ, ਹੱਥ ਪਵਿੱਤਰ ਹੋ ਜਾਂਦੇ ਆ, ਚਰਨਾਂ ਦੀ ਧੂੜੀ ਮਸਤਕ ਨੂੰ ਲੱਗਦੀ ਹੈ। ਤੇ ਜਿਹੜਾ ਮਸਤਕ ਇਹਨਾਂ ਚਰਨਾਂ ਤੇ ਝੁਕ ਜਾਂਦਾ ਹੈ ਨਾ, ਉਹਦੇ ਲੇਖ ਹੀ ਬਦਲ ਜਾਂਦੇ ਆ। ਕਿਉਂਕਿ ਗੁਰੂ ਕਾ ਦਰਬਾਰ ਹੀ ਏਡਾ ਵੱਡਾ ਹੈ, ਇੱਥੇ ਜਿਹੜਾ ਕੋਈ ਆਉਂਦਾ ਉਹ ਫਾਲੀ ਲੈ ਕੇ ਜਾਂਦਾ ਹੈ। ਸਾਡੇ ਸਭਨਾਂ ਦੇ ਇਸੇ ਕਰਕੇ ਜਿੰਨੇ ਵੀ ਵਿਚਾਰਵਾਨ ਕਥਾਵਾਚਕ ਜਾਂ ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ ਸਿੰਘ, ਗਿਆਨੀ ਸਿੰਘ, ਜਦੋਂ ਵੀ ਕਥਾ ਆਰੰਭ ਕਰਦੇ ਆ ਇਹੀ ਗੱਲ ਵਾਰ-ਵਾਰ ਸਾਨੂੰ ਕਹਿੰਦੇ ਆ, ਵੱਡੇ ਭਾਗ ਨੇ, ਵੱਡੇ ਭਾਗ ਨੇ। ਮਤਾਂ ਇਹ ਮਨ ਵਿੱਚ ਭੁਲੇਖਾ ਹੋਵੇ ਕਿ ਇਹ ਤਾਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜਾਂਦੇ ਆ, ਇਹਦਾ ਕੋਈ ਭਾਵ ਨਹੀਂ ਹੈ, ਇਹ ਤਾਂ ਇੱਕ ਪਰੰਪਰਾ ਮੁਤਾਬਕ ਕਹਿਣੀ ਪੈਂਦੀ ਹੈ। ਸਾਧ ਸੰਗਤ ਜੀ, ਇਹ ਗੱਲ ਹੈ ਕਿ ਤੁਹਾਨੂੰ ਵਾਰ-ਵਾਰ ਕਹਿਣ ਦੇ ਨਾਲ ਇਹ ਗੱਲ ਤੁਹਾਡੇ ਜਿਹਨ ਵਿੱਚ ਵਸ ਜਾਵੇ ਕਿ ਵੱਡੇ ਭਾਗ ਨੇ। ਜਿਸ ਦਿਨ ਇਹ ਗੱਲ ਜਿਹਨ ਵਿੱਚ ਵਸ ਜਾਵੇਗੀ, ਉਸ ਦਿਨ ਇਸ ਗੱਲ ਦੇ ਉੱਤੇ ਵਿਚਾਰ ਹੋਣੀ, ਸਮਝ ਆ ਜਾਵੇਗੀ ਕਿ ਵੱਡੇ ਭਾਗ ਮਿਲਦੇ ਆ। ਨਹੀਂ ਤੇ ਵੇਖ ਲਓ ਕਿੰਨੀ ਦੁਨੀਆ ਹੈ, ਕਿਤੇ ਸਾਰੇ ਤਾਂ ਨਹੀਂ ਇੱਥੇ ਆ ਕੇ ਮੱਥਾ ਟੇਕਦੇ ਰੋਜ਼ਾਨਾ। ਕਿਸੇ ਨੂੰ ਅੱਜ ਦੇ ਦਿਨ ਹਫਤੇ ਮਗਰੋਂ ਸਮਾਂ ਮਿਲਿਆ, ਕਿਸੇ ਨੂੰ 15 ਦਿਨ ਹੀ ਸਮਾਂ ਮਿਲਿਆ, ਕੋਈ ਰੋਜ਼ ਆ ਕੇ ਹਾਜ਼ਰੀ ਭਰ ਰਿਹਾ ਹੈ। ਇਹ ਭਾਗਾਂ ਕਰਕੇ ਹੀ ਹੈ। ਵਿਣ ਭਾਗਾਂ ਕਿਆ ਪਾਈ ਹੈ ਭਾਈ, ਸਤਿਗੁਰਾਂ ਦੀ ਬਾਣੀ ਦਾ ਫਰਮਾਨ। ਬਿਨਾਂ ਭਾਗਾਂ ਤੋਂ ਕੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਸਾਨੂੰ ਉੱਤਮ ਦਾਤ ਸਾਡੀ ਝੋਲੀ ਵਿੱਚ ਪਾਈ ਹੈ। ਸਾਨੂੰ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ੀਆਂ ਨੇ ਤੇ ਇਸ ਸਤ ਸੰਗਤ ਦਾ ਮਹਾਰਾਜ ਜੀਆਂ ਨੇ ਮਹਾਤਮ ਦੱਸਿਆ ਹੈ। ਮਹਾਤਮ ਦੱਸਿਆ ਹੈ, ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਬਗਲਾ ਜਿਹੜਾ ਹੁੰਦਾ ਵੇਖਣ ਨੂੰ ਹੰਸ ਵਰਗਾ ਹੀ ਹੁੰਦਾ, ਪਰ ਹੰਸ ਨਹੀਂ ਹੁੰਦਾ। ਕਿਉਂ? ਉਹਦੇ ਕਰਮਾਂ ਦੇ ਵਿੱਚ ਖੁਟਿਆਈ ਹੁੰਦੀ ਹੈ, ਉਹਦਾ ਖਾਣਾ ਮਾੜਾ ਹੈ, ਉਹਦੇ ਕਰਮ ਮਾੜੇ ਨੇ। ਇੱਕ ਲੱਤ ਉੱਤੇ ਖੜ ਕੇ ਸਮਾਧੀ ਲਾ ਕੇ ਬਹਿੰਦਾ ਹੈ, ਪਰ ਉਹ ਸਮਾਧੀ ਦੇ ਵਿੱਚ ਸਿਮਰਨ ਨਹੀਂ ਹੁੰਦਾ, ਉਹ ਸਮਾਧੀ ਵਿੱਚ ਮੱਛੀਆਂ ਡੱਡੀਆਂ ਹੁੰਦੀਆਂ। ਵੀ ਕਦੋਂ ਮੱਛੀ ਡੱਡੀ ਕੋਈ ਲਾਗੇ ਆ ਜਾਵੇ ਇਹ ਸਮਝ ਕੇ ਕਿ ਇਹਦੀ ਸਮਾਧੀ ਲੱਗੀ ਹੈ, ਤੇ ਉਸੇ ਵੇਲੇ ਅੱਖਾਂ ਖੋਲ ਕੇ ਉਹਨੂੰ ਮੂੰਹ ਵਿੱਚ ਪਾ ਲਵਾਂ। ਸਮਾਧੀ ਲੱਗੀ ਹੈ ਪਰ ਉਹਦੇ ਵਿੱਚ ਖੁਟਿਆਈ ਹੈ, ਇਸ ਕਰਕੇ ਉਹ ਹੰਸ ਦੀ ਉਪਾਧੀ ਨਹੀਂ ਹੈ। ਕਾਂ ਦੀ ਸਾਰਾ ਦਿਨ ਵਿਸ਼ਟਾ ਉੱਤੇ ਹੀ ਬਹਿਣਾ, ਕਾਂ ਨੇ, ਕਾਂ ਤਾਂ ਬਹਿਣਾ ਹੀ ਵਿਸ਼ਟਾ ਤੇ ਹੈ। ਉਹਦਾ ਤਾਂ ਭੋਜਨ ਹੀ, ਆਹਾਰ ਹੀ ਗੰਦਾ ਹੈ।
ਇੰਨੇ ਗੰਦੇ ਮਨੁੱਖ, ਇੰਨੀ ਮਾੜੀ ਅਵਸਥਾ ਹੋਵੇਗੀ ਨਾ ਤੇਰੇ ਹਿਰਦੇ ਦੀ, ਯਾਦ ਰੱਖੀ ਦੁਨੀਆ ਵਿੱਚ ਕਿਸੇ ਦਰਬਾਰ ਤੋਂ ਤੈਨੂੰ ਉਹ ਬਖਸ਼ਿਸ਼ ਨਹੀਂ ਮਿਲਣੀ ਜਿਹੜੀ ਗੁਰੂ ਨਾਨਕ ਦੇ ਦਰ ਤੋਂ ਮਿਲ ਜਾਣੀ ਹੈ। ਸਾਹਿਬ ਜੀ ਕਹਿੰਦੇ ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਜੇ ਗੁਰੂ ਨਾਨਕ ਦੇ ਦਰ ਤੇ ਗੁਰੂ ਦੀ ਨਜ਼ਰ ਵਿੱਚ ਤੂੰ ਆ ਗਿਆ ਨਾ, ਤੈਨੂੰ ਕਾਂ ਤੋਂ ਹੰਸ ਬਣਾ ਦੇਣਾ ਗੁਰੂ ਨੇ। ਆਖੋ ਸਤਿਨਾਮ ਸ੍ਰੀ। ਕਿਵੇਂ ਬਣਾ ਦੇਣਾ? ਕਿਵੇਂ ਬਣਦਾ ਹੈ ਕਾਂ ਤੋਂ ਹੰਸ? ਗੁਰੂ ਕੇ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕਰਕੇ, ਗੁਰੂ ਕੇ ਸ਼ਬਦ ਦੀ ਵਿਚਾਰ ਉੱਤੇ ਆਪਣੇ ਜੀਵਨ ਨੂੰ ਢਾਲ ਕੇ, ਗੁਰਬਾਣੀ ਨੂੰ ਆਪਣਾ ਜੀਵਨ ਬਣਾ ਕੇ। ਗੁਰਬਾਣੀ ਬਣੀ ਹੈ, ਗੁਰਬਾਣੀ ਬਣਨਾ ਪੈਣਾ ਹੈ। ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਗ ਅੰਗ ਦੇ ਨਾਲ ਢਾਲਣਾ ਪੈਣਾ ਹੈ। ਕਿਵੇਂ ਢਾਲਣਾ? ਜਿਸ ਤਰ੍ਹਾਂ ਸਾਡਾ ਕੁਟੁੰਬ ਦੇ ਨਾਲ ਪਿਆਰ ਹੈ, ਸਾਰਾ ਦਿਨ ਜਿੱਥੇ ਮਰਜ਼ੀ ਤੁਰੇ ਫਿਰੀਏ ਧਿਆਨ ਬੱਚਿਆਂ ਵਿੱਚ ਰਹਿੰਦਾ ਹੈ, ਧਿਆਨ ਪਰਿਵਾਰ ਦੇ ਧੰਦੇ ਧੰਦਾਰਾਂ ਵਿੱਚ ਰਹਿੰਦਾ ਹੈ। ਬਸ ਇਸੇ ਤਰ੍ਹਾਂ ਇਨ ਬਿਨ ਜੇ ਆਪਣਾ ਹਿਰਦੇ ਵਿੱਚ ਧਿਆਨ ਗੁਰੂ ਕੇ ਸ਼ਬਦ ਦਾ ਰਹੇਗਾ ਤੇ ਸਾਧ ਸੰਗਤ ਜੀ ਸਾਰਾ ਦਿਨ ਗੁਰਬਾਣੀ ਸਾਡਾ ਜੀਵਨ ਬਣਿਆ ਰਹੇਗਾ। ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ, ਸਾਰੀਆਂ ਵਿਚਾਰਾਂ ਤੇ ਨਹੀਂ ਹਿਰਦੇ ਵਿੱਚ ਵਸਦੀਆਂ। ਕੇਵਲ ਛਿਨ ਮਾਤਰ ਇੱਕ ਇੱਕ ਅੱਖਰ, ਇੱਕ ਬਾਣੀ ਦਾ ਬੋਲ ਹੀ ਆਪਣੇ ਹਿਰਦੇ ਵਿੱਚ ਵਸ ਗਿਆ, ਉਹਨੂੰ ਸਾਰਾ ਦਿਨ ਆਪਣੇ ਜੀਵਨ ਉੱਤੇ ਢਾਲ ਦੇ, ਸਾਰਾ ਜੀਵਨ ਲੰਘਾ ਦਿੱਤਾ ਨਾ, ਤੇ ਜੀਵਨ ਗੁਰਬਾਣੀ ਬਣ ਜਾਂਦਾ ਹੈ। ਬਹੁਤ ਔਖਾ ਮਾਰਗ ਹੈ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਿੱਖੀ ਖੰਡਿਓ ਤਿੱਖੀ, ਉਹ ਵਾਲੋਂ ਨਿੱਕੀ, ਗੁਰਸਿੱਖੀ ਬਾਰੀਕ ਹੈ, ਤਿਲ ਚੱਟਣ ਸਿਲ ਚੱਟਣ ਫਿੱਕੀ। ਸਿੱਖੀ ਖੰਡਿਓ ਧਾਰ ਹੈ, ਉਹ ਵਾਲੋਂ ਨਿੱਕੀ। ਪੱਥਰ ਨੂੰ ਚੱਟਣ ਦਾ ਕੀ ਸਵਾਦ ਹੈ? ਪੱਥਰ ਉੱਤੇ ਜਿੰਨੀਆਂ ਮਰਜ਼ੀ ਜੀਭਾਂ ਮਾਰੀ ਜਾਈਏ ਉਹਦੇ ਚੋਂ ਕੋਈ ਸਵਾਦ ਨਹੀਂ, ਨਾ ਉਹਦਾ ਸਲੂਣਾ ਹੈ, ਨਾ ਉਹਦਾ ਮਿੱਠਾ ਹੈ, ਨਾ ਉਹਦਾ ਕੌੜਾ ਹੈ, ਕੋਈ ਸਵਾਦ ਨਹੀਂ। ਪਰ ਫਿਰ ਵੀ ਮਹਾਰਾਜ ਕਹਿੰਦੇ, ਭਾਈ ਗੁਰਦਾਸ ਕਹਿੰਦੇ ਚੱਟਣਾ ਪੈਣਾ। ਜਿਵੇਂ ਪੱਥਰ ਨੂੰ ਚੱਟਣਾ ਹੈ ਨਾ, ਇਸੇ ਤਰ੍ਹਾਂ ਗੁਰਸਿੱਖੀ ਦੇ ਮਾਰਗ ਤੇ ਚੱਲਣਾ। ਇੰਨਾ ਬਰੀਕ ਮਾਰਗ ਹੈ, ਚੱਟੀ ਜਾਓ ਕੁਛ ਨਹੀਂ ਲੱਭਦਾ। ਇਸੇ ਤਰ੍ਹਾਂ ਚੱਲੀ ਜਾਓ ਮਨ ਉਚਾਟ ਹੋਣ ਲੱਗ ਪੈਂਦਾ ਵੀ ਮਿਲਿਆ ਕੀ ਹੈ ਸਾਨੂੰ। ਪਰ ਮਿਲਦਾ ਹੀ ਉਦੋਂ ਹੈ ਸਾਧ ਸੰਗਤ ਜੀ, ਜਦੋਂ ਇਸ ਮਾਰਗ ਉੱਤੇ ਦ੍ਰਿੜ ਹੋ ਕੇ ਚੱਲੀਏ। ਦ੍ਰਿੜਤਾ ਹੀ ਇਸ ਮਾਰਗ ਦਾ ਅਸਲੀ ਰਾਹ ਹੈ। ਜਿਹੜੇ ਟੁੱਟਦੇ ਆ ਫਿਰ ਜੁੜਦੇ ਆ, ਟੁੱਟਦੇ ਆ, ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਸਾਰ ਨਾ ਆਈ। ਜਿਨ੍ਹਾਂ ਨੂੰ ਗੁਰੂ ਕੇ ਸ਼ਬਦ ਦੀ ਸਾਰ ਨਹੀਂ, ਉਹ ਝੜ ਜਾਂਦੇ ਆ, ਕੱਚੇ ਹੁੰਦੇ ਆ। ਜਿਹੜੇ ਪੱਕੇ ਫਲ ਹੁੰਦੇ ਆ, ਜਿੰਨੇ ਮਰਜ਼ੀ ਹਵਾ ਦੇ ਬੁੱਲੇ ਹੋਣ, ਉਹ ਝੜਦੇ ਨਹੀਂ, ਕਿਉਂਕਿ ਉਹਨਾਂ ਨੂੰ ਸਾਰ ਹੁੰਦੀ ਹੈ ਕਿ ਇਸ ਰੁੱਖ ਨੇ ਸਾਨੂੰ ਰਸ ਦਿੱਤਾ ਹੈ, ਸਾਨੂੰ ਜੀਵਨ ਦਿੱਤਾ ਹੈ। ਸੋ ਇਸੇ ਪ੍ਰਕਾਰ ਗੁਰੂ ਖਾਲਸਾ ਜੀ, ਇਹ ਗੁਰੂ ਘਰ ਦੀ ਮਰਜ਼ਾਦਾ ਗੁਰੂ ਸਾਹਿਬ ਜੀਆਂ ਨੇ ਸਾਡੀ ਝੋਲੀ ਵਿੱਚ ਪਾਈ ਹੈ। ਇਹ ਬਖਸ਼ਿਸ਼ਾਂ ਸਾਹਿਬਾਂ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ। ਇਹ ਮਰਜ਼ਾਦਾ ਅੱਜ ਤੋਂ ਨਹੀਂ ਚੱਲਦੀ ਆ ਰਹੀ, ਸਿਰਫ ਸਾਡੇ ਵੇਖਣ ਵਿੱਚ ਭਰਮ ਹੈ। ਇਸੇ ਕਰਕੇ ਸਾਹਿਬਾਂ ਨੇ ਕਿਹਾ ਨਾ ਵੀ ਇਹ ਭਰਮ ਦਾ ਭੁਲੇਖਾ ਜਿਹੜਾ ਇਹ ਸਾਨੂੰ ਗੁਰੂ ਤੋਂ ਦੂਰ ਕਰਦਾ ਹੈ। ਗੁਰਮੁਖ ਮਨਮੁਖ ਭਰਮ ਭੁੱਲਦੇ, ਵਿੱਚ ਮਾਇਆ ਮੋਹ ਪਸਾਰਾ। ਜਿਨ੍ਹਾਂ ਦਾ ਮਾਇਆ ਦੇ ਵਿੱਚ ਪਸਾਰਾ ਹੈ ਨਾ, ਉਹ ਭਰਮ ਕਰਕੇ ਹੀ ਭੁੱਲਦੇ ਆ। ਤੇ ਆ ਭਰਮ ਹੀ ਹੈ। ਇਹ ਨੇਤਰਾਂ ਨਾਲ ਇੱਥੇ ਗੁਰੂ ਸਾਹਿਬ ਜੀ ਦੇ ਇਸ ਗੱਦੀ ਦੇ ਉੱਤੇ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਹੋਣੇ ਚਾਹੀਦੇ ਆ। ਆਖੋ ਸਤਿਨਾਮ ਸ੍ਰੀ। ਇਹ ਹੁਕਮਨਾਮਾ ਸਾਨੂੰ ਗੁਰੂ ਕੀ ਬਾਣੀ ਦੇ ਵਿੱਚੋਂ ਇਹ ਨਾ ਜਾਣੋ ਕਿ ਗ੍ਰੰਥੀ ਸਿੰਘ ਪੜ੍ਹ ਰਹੇ ਆ। ਇਹ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਆਪਣੇ ਮੁਖੋਂ ਵਾਕ ਬਖਸ਼ ਰਹੇ ਆ, ਤੇ ਅਸੀਂ ਜਿੰਨੇ ਸੰਗਤ ਵਿੱਚ ਬੈਠੇ ਆ, ਕੇਵਲ ਇਹਨਾਂ ਦੇ ਵਿੱਚੋਂ ਅਸੀਂ ਨਵੇਂ ਆਏ ਆ, ਬਾਕੀ ਜਿੰਨੇ ਬੈਠੇ ਆ ਇਹ ਪੁਰਾਣੀ ਗੁਰੂ ਕੀ ਸੰਗਤ ਬੈਠੀ ਆ। ਜਿਸ ਤਰ੍ਹਾਂ ਦਸ਼ਮੇਸ਼ ਪਾਤਸ਼ਾਹ ਕਲਗੀਧਰ ਪਿਤਾ ਜੀ ਬੈਠ ਕੇ ਦੀਵਾਨ ਵਿੱਚ ਸੰਗਤਾਂ ਨੂੰ ਦੀਦਾਰ ਦਿੰਦੇ ਸੀ ਨਾ, ਇਦਾਂ ਸਾਨੂੰ ਦੀਦਾਰ ਹੋਣੇ ਚਾਹੀਦੇ ਆ। ਇਹ ਹੈ ਸਾਰ ਗੁਰੂ ਕੀ, ਇਹ ਹੈ ਭਾਵਨਾ ਸਾਡੇ ਦਿਲ ਦੀ। ਜਿਸ ਦਿਨ ਇਹ ਸਾਰ ਆ ਜਾਂਦੀ ਹੈ, ਉਸ ਦਿਨ ਸਾਧ ਸੰਗਤ ਜੀ ਰਸ ਪੈਣ ਲੱਗ ਪੈਂਦਾ ਹੈ। ਇਹ ਤਾਂ ਨਹੀਂ ਹੋਇਆ ਕਦੀ ਕਿਤੇ ਸੰਵਿਧਾਨ ਵਿੱਚ, ਕਿਤੇ ਨਿਯਮ ਵਿੱਚ ਇਹ ਤਾਂ ਨਹੀਂ ਕਦੀ ਹੋਇਆ ਕਿ ਜ਼ਮੀਨ ਦੇ ਵਿੱਚ ਬੀਜ ਦਿੱਤਾ ਤੇ ਉਹ ਨਾਲ ਦੀ ਨਾਲ ਹੀ ਪੁੰਗਰ ਗਿਆ।
ਰੁੱਖ ਲਾ ਦਿੱਤਾ, ਉਹਨੂੰ ਨਾਲ ਦੀ ਨਾਲ ਫੁੱਲ ਆ ਗਏ, ਫਲ ਆ ਗਏ, ਇਹ ਤਾਂ ਕਦੇ ਨਹੀਂ ਨਾ ਹੋਇਆ। ਉਹਨੂੰ ਵੀ ਸਮਾਂ ਚਾਹੀਦਾ ਹੈ। 6 ਮਹੀਨੇ ਫਸਲ ਵੱਢੀ ਜਾਂਦੀ ਹੈ, ਉਡੀਕਣਾ ਪੈਂਦਾ ਹੈ ਇੱਕ ਰੁੱਖ ਦੇ ਉੱਤੇ ਫੁੱਲ ਵੇਖਣ ਲਈ, ਫਲ ਵੇਖਣ ਲਈ। ਉਹਨੂੰ ਪਾਣੀ ਦੇਣਾ ਪੈਂਦਾ, ਉਹਦੀ ਰੱਖਿਆ ਕਰਨੀ ਪੈਂਦੀ, ਉਹਦੀ ਸੰਭਾਲ ਕਰਨੀ ਪੈਂਦੀ ਹੈ, ਫਿਰ ਉਹਦੇ ਫਲ ਖਾਧੇ ਜਾਂਦੇ ਆ। ਫਿਰ ਕਿਉਂ ਅਸੀਂ ਗੁਰੂ ਘਰ ਦੇ ਨਿਯਮ ਵਿੱਚ ਆਪਣੇ ਜੀਵਨ ਨੂੰ ਸੁਧਾਰਨ ਵਿੱਚ ਕਾਹਲੀ ਕਰਦੇ ਹਾਂ? ਜਿਸ ਦਿਨ ਭਾਵਨਾ ਰੂਪੀ ਫਲ ਲੱਗਣ ਲੱਗ ਪਿਆ, ਉਸ ਦਿਨ ਉਹਦੇ ਵਿੱਚ ਰਸ ਪਵੇਗਾ। ਜਿਸ ਦਿਨ ਭਉ ਰੂਪੀ ਪ੍ਰੇਮ ਜਾਗ ਪਿਆ ਸਤਿਗੁਰਾਂ ਦੇ ਦਰ ਦਾ, ਉਸ ਦਿਨ ਸਾਧ ਸੰਗਤ ਜੀ ਸਾਨੂੰ ਸਾਰ ਆਉਣ ਲੱਗ ਪਵੇਗੀ। ਤੇ ਇਹ ਜਿਹੜੀ ਮਰਜ਼ਬਨ ਕੀਤਾ, ਉਸ ਤੋਂ ਮਗਰੋਂ ਕਥਾ ਚੱਲ ਰਹੀ ਹੈ। ਅੱਜ ਦੀ ਉਦਾਹਰਣ ਹੈ, ਕਿੰਨੇ ਦਿਨ ਗਰਮੀ ਅੱਤ ਵਰਦੀ ਰਹੀ ਹੈ। ਅੱਜ ਦੇ ਮੀਂਹ ਪੈਣ ਦੇ ਨਾਲ ਸਾਰੇ ਹਿਰਦੇ ਸ਼ਾਂਤ ਹੋ ਗਏ ਹੈ, ਸ੍ਰਿਸ਼ਟੀ ਧਰਤੀ ਸ਼ਾਂਤ ਹੋ ਗਈ ਹੈ, ਠੰਡੀ ਹੋ ਗਈ ਹੈ, ਸਾਡੇ ਸੁਭਾਅ ਵਿੱਚ ਵੀ ਫਰਕ ਪੈ ਗਿਆ। ਤੇ ਇਨ ਬਿਨ ਇਸੇ ਪ੍ਰਕਾਰ ਇਹ ਜਿਹੜਾ ਬਾਹਰਲਾ ਮੀਂਹ ਹੈ ਨਾ, ਇਹ ਧਰਤੀ ਨੂੰ ਤੇ ਸਾਡੇ ਸਰੀਰ ਦੀ ਤਪਸ਼ ਨੂੰ ਠੰਡਿਆਂ ਕਰ ਰਿਹਾ। ਜਿਹੜਾ ਗੁਰੂ ਕੇ ਦਰਬਾਰ ਵਿੱਚ ਮੀਂਹ ਪੈਂਦਾ, ਇਹ ਸਾਡੇ ਮਨ ਨੂੰ ਠੰਡਿਆਂ ਕਰਦਾ। ਇਹ ਮੀਂਹ ਪੈ ਰਿਹਾ। ਸਾਹਿਬ ਕਲਗੀਧਰ ਗੁਰਦੇਵ ਪਾਤਸ਼ਾਹ ਜੀ ਦਰਬਾਰ ਵਿੱਚ ਸਜੇ ਸਿੱਖ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਜੀ ਇੱਕ ਆਪਣਾ ਨਿਤਨੇਮ ਕਰਨਾ, ਇੱਕ ਗੁਰੂ ਕੇ ਦਰਬਾਰ ਵਿੱਚ ਆ ਕੇ ਕਥਾ ਕੀਰਤਨ ਵਿੱਚ ਬੈਠਣਾ, ਸਰਵਣ ਕਰਨਾ, ਇਹਦੇ ਵਿੱਚ ਕੀ ਫਰਕ ਹੈ? ਮੈਂ ਘਰ ਵਿੱਚ ਬੈਠਾ 5 ਪਾਠ ਜਪਜੀ ਸਾਹਿਬ ਕਰ ਰਿਹਾ, ਸੁਖਮਣੀ ਸਾਹਿਬ ਕਰ ਰਿਹਾ, ਤੇ ਹੋਰ ਬਾਣੀਆਂ ਬੇਅੰਤ ਪੜ੍ਹ ਰਿਹਾ, 8 ਘੰਟੇ ਚੌਂਕੜਾ ਲਾ ਰਿਹਾ ਹਾਂ। ਤੇ ਇੱਧਰ ਗੁਰੂ ਕੇ ਦਰਬਾਰ ਵਿੱਚ ਘੰਟਾ ਆਸਾ ਜੀ ਦੀ ਵਾਰ, ਘੰਟਾ ਕਥਾ ਹੋਣੀ ਹੈ। ਕੀ ਫਰਕ ਹੈ ਮਹਾਰਾਜ? ਉੱਥੇ ਸੱਚੇ ਪਾਤਸ਼ਾਹ ਨੇ, ਭਾਈ ਸੰਤੋਖ ਸਿੰਘ ਜੀ ਨੇ ਉਹਦਾ ਜ਼ਿਕਰ ਵੀ ਕੀਤਾ। ਸੱਚੇ ਪਾਤਸ਼ਾਹ ਨੇ ਉੱਥੇ ਉਪਦੇਸ਼ ਦਿੱਤਾ ਸਿੱਖ ਨੂੰ। ਕਲਗੀਧਰ ਗੁਰਦੇਵ ਪਾਤਸ਼ਾਹ ਕਹਿੰਦੇ ਅੱਗੇ, ਖਾਲਸਾ ਜੀ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਆ, ਜਿਹੜਾ ਆਪਣਾ ਨਿਤਨੇਮ ਕਰਨਾ ਹੈ ਨਾ, ਉਹ ਕੇਵਲ ਆਪਣੇ ਆਪ ਨੂੰ ਸੁਧਾਰਨਾ ਹੈ, ਆਪਣੇ ਮਨ ਨੂੰ ਸ਼ਾਂਤੀ ਦੇਣੀ ਆ। ਆਪਣਾ ਅਸੀਂ ਨਿਤਨੇਮ ਕਰਦੇ ਆ, ਸਿੱਧੀ ਉਦਾਹਰਣ ਹੈ, ਅਸੀਂ ਭੋਜਨ ਛਕਿਆ, ਸਾਡੇ ਨਾਲ ਦੇ, ਹਾਲਾਂਕਿ ਸਾਡਾ ਪੁੱਤਰ ਹੋਵੇ, ਧੀ ਹੋਵੇ, ਸਾਡੀ ਪਤਨੀ ਹੋਵੇ, ਸਾਡਾ ਪਰਿਵਾਰ, ਮਾਤਾ ਪਿਤਾ ਹੋਣ, ਜੇ ਘਰ ਦੇ ਵਿੱਚ ਭੋਜਨ ਮੈਂ ਛਕਿਆ ਤੇ ਇਹਨਾਂ ਜੀਆਂ ਦਾ ਤਾਂ ਨਹੀਂ ਢਿੱਡ ਭਰ ਜਾਣਾ। ਭੋਜਨ ਮੈਂ ਛਕਿਆ ਤਾਂ ਮੇਰਾ ਹੀ ਢਿੱਡ ਭਰ। ਸਾਹਿਬ ਜੀ ਕਹਿਣ ਲੱਗੇ, ਜਿਵੇਂ ਖੂਹ ਦੇ ਪਾਣੀ ਦੇ ਨਾਲ ਜਿਹੜੀ ਆਲੇ ਦੁਆਲੇ ਬੀਜ ਬੀਜੀ ਜਾਂਦੀ ਫਸਲ ਹੈ, ਉਹੋ ਹੀ ਹਰੀ ਭਰੀ ਹੁੰਦੀ ਹੈ। ਜ਼ਿਆਦਾ ਫਸਲ ਜਿਹੜੀ ਦੂਰ ਦੂਰ ਤੱਕ ਹੈ, ਕਿੱਲਿਆਂ ਦੇ ਹਿਸਾਬ ਨਾਲ, ਵਿਗਿਆਂ ਦੇ ਹਿਸਾਬ ਨਾਲ ਹੈ, ਉਹ ਹਰੀ ਭਰੀ ਕਰਨੀ ਔਖੀ ਹੈ, ਕਿਉਂਕਿ ਖੂਹ ਦੇ ਵਿੱਚ ਇੰਨੀ ਸ਼ਮਤਾ ਨਹੀਂ ਹੈ। ਉਹਦੇ ਲਈ ਪੁਰਸ਼ਾਰਥ ਬਹੁਤ ਜ਼ਿਆਦਾ ਚਾਹੀਦਾ ਹੈ। ਇਸੇ ਤਰ੍ਹਾਂ ਭਾਈ ਜਿਹੜਾ ਆਪ ਦਾ ਨਿਤਨੇਮ ਕਰਨਾ, ਉਹ ਤੇ ਤੂੰ ਆਪਣੇ ਆਪ ਲਈ ਕਰ ਰਿਹਾ, ਉਹ ਕਿਸੇ ਲਈ ਪਰਉਪਕਾਰ ਦੀ ਭਾਵਨਾ ਵਿੱਚ ਨਹੀਂ ਹੋ ਰਿਹਾ, ਉਹ ਤੇਰਾ ਆਪਣੇ ਲਈ ਹੋ ਰਿਹਾ ਹੈ। ਜਿਹੜਾ ਗੁਰੂ ਕੇ ਦਰਬਾਰ ਵਿੱਚ ਹੋ ਰਿਹਾ ਹੈ ਨਾ, ਉਹ ਗੁਰੂ ਕਾ ਰਸ ਦਾ ਮੀਂਹ ਵਰਦਾ ਪਿਆ। ਉਹ ਕੱਲਾ ਤੇਰੇ ਲਈ ਨਹੀਂ ਹੈ, ਉਹ ਤੂੰ ਨਹੀਂ ਕਰ ਰਿਹਾ, ਉਹ ਗੁਰੂ ਕਰ ਰਹੇ ਹੈ, ਉਹ ਗੁਰੂ ਦੇ ਦਰ ਵਿੱਚ ਹੋ ਰਿਹਾ ਹੈ। ਤੇਰੀ ਸੀਮਾ ਤੇਰੇ ਤੱਕ ਹੈ, ਪਰ ਗੁਰੂ ਦੀ ਸੀਮਾ ਅਸੀਮ ਹੈ, ਜਿਹਨੂੰ ਜਾਣਿਆ ਨਹੀਂ ਜਾ ਸਕਦਾ, ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਅਤੁੱਲ ਕਿਉਂ ਤੁਲਿਆ, ਅਕਥ ਕਿਉਂ ਕਥਿਆ? ਇਹ ਗੁਰੂ ਦੀ ਮਹਿਮਾ ਹੈ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈ ਹੈ। ਸ਼ੁਮਾਰ ਤੋਂ ਦੂਰ ਹੈ, ਬੇਅੰਤ ਅੰਤ ਤੋਂ ਦੂਰ ਹੈ। ਤੇ ਜਿਹੜਾ ਬੇਅੰਤ ਹੁੰਦਾ, ਉਹਦੇ ਕਾਰਜ ਵੀ ਬੇਅੰਤੀ ਹੁੰਦੇ ਆ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਹਨੇ ਦਿਨ ਤੇ ਰਾਤ ਏਡੀਆਂ ਵੱਡੀਆਂ ਦਾਤਾਂ ਦੇ ਦਿੱਤੀਆਂ ਸਾਡੇ ਲਈ, ਇਹੋ ਜੀਆਂ ਵੱਡੀਆਂ ਵੱਡੀਆਂ ਦਾਤਾਂ ਉਸ ਪਰਮੇਸ਼ਰ ਦੇ ਦਰ ਦੀਆਂ। ਤੇਰੀ ਸੀਮਾ ਕੇਵਲ ਆਪਣੇ ਨਿਤਨੇਮ ਤੱਕ ਹੈ। ਠੀਕ ਹੈ, ਬਹੁਤ ਚੰਗੀ ਗੱਲ ਹੈ, ਕਰ, ਇਹ ਨਹੀਂ ਵੀ ਇਹ ਕਰਨ ਤੋਂ ਰੋਕਿਆ ਗਿਆ, ਪਰ ਜਿਹੜਾ ਕਥਾ ਤੇ ਕੀਰਤਨ ਦਾ ਮਹਾਤਮ ਹੈ, ਉਹ ਇਸ ਨਾਲੋਂ ਵੀ ਜ਼ਿਆਦਾ ਵੱਧ ਕੇ ਹੈ, ਕਿਉਂਕਿ ਉਹ ਗੁਰੂ ਕੇ ਦਰਬਾਰ ਵਿੱਚ ਵਰਤਦਾ। ਸੱਚੇ ਪਾਤਸ਼ਾਹ ਪਹਿਲਾਂ ਕਹਿਣ ਲੱਗੇ, ਜਿਹੜਾ ਆਪਣਾ ਨਿਤਨੇਮ ਕਰਨਾ ਹੈ, ਉਹ ਕੇਵਲ ਆਪਣੇ ਆਪ ਨੂੰ ਸ਼ਾਂਤੀ ਤੇ ਸੰਜੋਣਾ ਹੈ ਅੰਮ੍ਰਿਤ ਨਾਲ। ਜਿਹੜਾ ਗੁਰੂ ਕੇ ਦਰਬਾਰ ਦਾ ਹੈ ਨਾ, ਮਹਾਰਾਜ ਕਹਿਣ ਲੱਗੇ, ਕੀਰਤਨ ਆਹੇ ਮੇਘ ਕੀ ਵਰਖਾ, ਬਰਖਤ ਹੀ ਹੋਏ ਜੀਵਨ ਹਰਖਾ। ਇਹ ਉਦਾਹਰਣ ਦਿੱਤੀ ਹੈ ਸੱਚੇ ਪਾਤਸ਼ਾਹ।
ਮਹਾਰਾਜ ਕਹਿੰਦੇ ਜਿਹੜਾ ਕੀਰਤਨ ਹੁੰਦਾ ਹੈ ਇਹ ਸਮਝ ਲਓ ਵੀ ਜਿਵੇਂ ਗਰਜਦੇ ਹੋਏ ਬੱਦਲਾਂ ਦਾ ਮੀਂਹ ਪੈਂਦਾ ਹੈ ਨਾ, ਬੱਦਲ ਭਰ ਕੇ ਆਉਂਦੇ ਆ, ਇੱਕੋ ਵਾਰ ਵਰ ਜਾਂਦੇ ਆ, ਘੰਟੇ 2 ਘੰਟੇ 4 ਘੰਟੇ ਮੀਂਹ ਪੈਂਦਾ, ਸਾਰੇ ਪਾਸੇ ਜਲਥਲ ਹੋ ਜਾਂਦੀ ਹੈ, ਪਾਣੀ ਪਾਣੀ ਦਿਸਣ ਲੱਗ ਪੈਂਦਾ, ਖੁਸ਼ੀ ਹੋ ਜਾਂਦੀ ਹੈ। ਪਰ ਧਰਤੀ ਦੇ ਸਾਰੇ ਥਾਂ ਤੇ ਜਿੱਥੇ ਨੀਵਾਂ ਥਾਂ ਹੈ ਉੱਥੇ ਤੇ ਪਾਣੀ ਭਰ ਜਾਂਦਾ ਹੈ, ਪਰ ਇਸੇ ਧਰਤੀ ਦੇ ਉੱਤੇ ਜਿਹੜੇ ਉੱਚੇ ਟਿੱਬੇ ਆ ਉਹ ਫਿਰ ਵੀ ਸੁੱਕੇ ਰਹਿ ਜਾਂਦੇ ਆ, ਕਿਉਂਕਿ ਮੇਘ ਦੀ ਵਰਖਾ ਹੈ। ਪਾਣੀ ਡੁੱਲਿਆ, ਉੱਚੀ ਥਾਂ ਤੋਂ ਨੀਵੇਂ ਆ ਗਿਆ, ਨੀਵੇਂ ਥਾਵਾਂ ਤੇ ਤਾਂ ਭਰ ਗਿਆ, ਉੱਚੀ ਥਾਂ ਫਿਰ ਸੁੱਕੀ ਰਹਿ ਗਈ। ਜਿਹੜਾ ਕੀਰਤਨ ਹੈ ਉਹ ਮੇਘ ਦੀ ਵਰਖਾ ਹੈ, ਜਿਹੜੇ ਤੇ ਭਾਵਨਾ ਲੈ ਕਰਕੇ ਜਾਂ ਸ਼ਰਧਾ ਲੈ ਕਰਕੇ ਜਿਨ੍ਹਾਂ ਦਾ ਭਾਂਡਾ ਬਣਿਆ ਹੋਇਆ, ਜਿਨ੍ਹਾਂ ਦੀ ਧਰਤੀ ਨੀਵੀਂ ਹੈ, ਉਹ ਤੇ ਇੱਥੇ ਆ ਕੇ ਆਪਣੇ ਆਪ ਨੂੰ ਸੰਜੋ ਕੇ ਭਰ ਕੇ ਲੈ ਜਾਂਦੇ ਆ। ਜਿਹੜੇ ਅਜੇ ਵੀ ਹੰਕਾਰ ਦੇ ਵਿੱਚ ਤੁਰੇ ਆ ਨਾ, ਜਿਨ੍ਹਾਂ ਦੇ ਅਜੇ ਹਿਰਦੇ ਟਿੱਬੇ ਬਣੇ ਪਏ ਆ ਹੰਕਾਰ ਦੇ, ਉਹ ਸੁੱਕੇ ਰਹਿ ਜਾਂਦੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀਰਤਨ ਦੀਆਂ ਕਿਹੜੀਆਂ ਪੰਕਤੀਆਂ ਦਾ ਕੀ ਰਸ ਮਿਲ ਰਿਹਾ। ਜਿਨ੍ਹਾਂ ਨੇ ਸੰਜੋਇਆ ਉਹਨਾਂ ਨੂੰ ਮਿਲ ਜਾਂਦਾ। ਜਿਹੜੀ ਧਰਤੀ ਹਿਰਦਾ ਨੀਵਾਂ ਹੈ, ਨਿਮਰਤਾ ਨਾਲ ਭਰਿਆ ਹੋਇਆ, ਉਹ ਕੀਰਤਨ ਦੇ ਵਿੱਚੋਂ ਭਰ ਲੈਂਦਾ ਹੈ। ਬਾਕੀ ਜਿਹੜੇ ਉੱਚੇ ਹਿਰਦਿਆਂ ਵਾਲੇ ਹੰਕਾਰ ਨਾਲ ਭਰੇ ਉਹ ਖਾਲੀ ਰਹਿ ਜਾਂਦੇ। ਜਿਹੜਾ ਕਥਾ ਦਾ ਲਾਭ ਹੈ, ਸੱਚੇ ਪਾਤਸ਼ਾਹ ਕਹਿੰਦੇ ਸੁਣੋ ਮਹਾਨ ਕਥਾ ਕੋ ਫਲ ਹੈ, ਝਰੀ ਲਾਏ ਜਿਮ ਬਰਖਤ ਜਲ ਹੈ, ਥਿਮਕ ਥਿਮਕ ਬੂੰਦਾ ਜਬ ਪਰਨ ਹੈ, ਤੇ ਅਵਨੀ ਆਪਣੇ ਮੈਂ ਧਰ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਜਿਹੜੀ ਕਥਾ ਹੈ ਇਹਦਾ ਮਹਾਤਮ ਸੁਣ ਲਓ। ਇਹ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬੂੰਦਾਬਾਂਦੀ ਦਾ ਮੀਂਹ ਪੈਂਦਾ ਹੈ। ਸੁਣੋ ਮਹਾਨ ਕਥਾ ਕੋ ਫਲ ਹੈ, ਝਰੀ ਲਾਏ ਜਿਮ ਬਰਖਤ ਜਲ ਹੈ। ਜਿਵੇਂ ਝੜੀ ਦਾ ਮੀਂਹ ਲੱਗਦਾ 2-2 3-3 ਦਿਨ, ਪੁਰਾਣੇ ਬਜ਼ੁਰਗਾਂ ਨੂੰ ਪਤਾ ਅੱਜ ਕੱਲ ਬਹੁਤ ਘੱਟ ਝੜੀਆਂ ਲੱਗਦੀਆਂ। ਪਹਿਲੋਂ ਤੇ 2-2 4-4 ਦਿਨ ਝੜੀ ਦਾ ਮੀਂਹ ਲੱਗਾ ਰਹਿੰਦਾ ਸੀ, ਬੂੰਦ 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 ਡਿੱਗੀ ਜਾਣੀ ਹੈ, ਹਟਣਾ ਨਹੀਂ ਉਹਨੇ ਮੀਂਹ ਨੇ, ਪਰ ਡਿੱਗੀ ਜਾਣੀ ਹੈ। ਚਿੱਕੜ ਵੀ ਨਹੀਂ, ਉਹ ਪਾਣੀ ਵੀ ਨਹੀਂ ਖਲੋਂਦਾ ਕਿਤੇ। ਪਾਣੀ ਜਿਹੜਾ ਧਰਤੀ ਤੇ ਪੈਂਦਾ ਉਸੇ ਵੇਲੇ ਧਰਤੀ ਵਿੱਚ ਸਮਾ ਜਾਂਦਾ। ਜਿੱਥੇ ਵੀ ਪੈਂਦਾ ਉਹ ਬੂੰਦ ਡੁੱਲਦੀ ਨਹੀਂ, ਉਹ ਬੂੰਦ ਉੱਥੇ ਸਮਾ ਜਾਂਦੀ ਹੈ, ਭਾਵੇਂ ਉਹ ਟਿੱਬੇ ਉੱਤੇ ਪਵੇ ਭਾਵੇਂ ਥੱਲੇ ਥਾਂ ਤੇ ਪਵੇ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਭਾਈ ਕਥਾ ਦਾ ਫਲ ਹੈ। ਜਿਹੜੀ ਕਥਾ ਹੈ ਬੂੰਦਾਬਾਂਦੀ ਦੀ ਵਰਖਾ, ਜਿਹੜਾ ਰੋਜ਼ ਆ ਕੇ ਇਸ ਬੂੰਦਾਬਾਂਦੀ ਦੀ ਵਰਖਾ ਵਿੱਚ ਆਪਣੇ ਆਪ ਦਾ ਇਸ਼ਨਾਨ ਕਰਾਉਂਦਾ ਹੈ ਨਾ, ਸਮਝ ਲਓ ਜਿਹੜੀ ਪੰਕਤੀ ਹਿਰਦੇ ਵਿੱਚ ਆ ਗਈ ਉਹਨੇ ਹਿਰਦੇ ਦੇ ਅੰਦਰ ਉਤਰ ਜਾਣਾ ਹੈ। ਇਹ ਐਸੀ ਝੜੀ ਹੈ, ਇਹ ਐਸੀ ਵਰਖਾ ਹੈ। ਤੋ ਇਹ ਜਿਹੜੀ ਅਪਾਰ ਬਖਸ਼ਿਸ਼ ਹੈ ਇਹ ਗੁਰੂ ਕੇ ਦਰਬਾਰ ਵਿੱਚ ਸਾਧ ਸੰਗਤ ਜੀ ਰੋਜ਼ਾਨਾ ਵਰਤਦੀ ਹੈ। ਮੇਘ ਦਾ ਮੀਂਹ ਵੀ ਪੈਂਦਾ। ਆਸਾ ਦੀ ਵਾਰ ਦਾ ਕੀਰਤਨ ਸੁਣਿਆ ਤੁਸੀਂ, ਉਹ ਵੀ ਵਰਤ ਰਿਹਾ। ਜਿਹੜਾ ਕੋਈ ਨੀਵਾਂ ਹਿਰਦੇ ਵਾਲਾ ਨਿਮਰਤਾ ਵਾਲਾ ਉਹ ਉੱਥੇ ਹੀ ਰਸ ਲੈ ਕੇ ਭਰ ਜਾਂਦਾ। ਜਿਹੜਾ ਕੋਈ ਸਾਡੇ ਜਿਹਾ ਉੱਚੇ ਟਿੱਬਿਆਂ ਵਾਲੇ ਹੰਕਾਰ ਲੋਭ ਮੋਹ ਦੇ ਹਿਰਦੇ ਬੜੇ ਬੜੇ ਟਿੱਬੇ ਬਣੇ ਹੋਏ ਆ, ਉਹਨਾਂ ਲਈ ਕਥਾ ਵੀ ਹੈ। ਕਿਸੇ ਭਾਵ ਵਿੱਚ ਗੁਰੂ ਬਖਸ਼ਿਸ਼ ਕਰ ਦੇਣ, ਸਾਨੂੰ ਬਖਸ਼ਿਸ਼ ਮਿਲਦੀ ਹੈ। ਇਸ ਲਈ ਸਾਧ ਸੰਗਤ ਜੀ ਆਪਣੇ ਹਿਰਦਿਆਂ ਨੂੰ ਗੁਰਮੁਖ ਭਾਵ ਬਣਾ ਕਰਕੇ ਗੁਰੂ ਕੇ ਵਾਕ ਨੂੰ, ਗੁਰੂ ਕੇ ਬਚਨਾਂ ਨੂੰ ਸਰਗੁਣ ਸਰੂਪ ਜਾਣ ਕਰਕੇ ਸਰਵਣ ਕਰਨ ਦੇ ਲਈ ਅੱਜ ਦੇ ਜੋ ਗੁਰਵਾਕ ਗਰੀਬ ਨਵਾਜ ਪਾਤਸ਼ਾਹ ਨੇ ਗੁਰਬਾਣੀ ਦੇ ਸਾਨੂੰ ਬਖਸ਼ੇ ਹੈ, ਉਹਨਾਂ ਪਾਵਨ ਗੁਰਵਾਕਾਂ ਨੂੰ ਸਰਵਣ ਕਰਨ ਲਈ ਸੁਰਤੀਆਂ ਨੂੰ ਸਾਹਿਬਾਂ ਦੇ ਦਰਬਾਰ ਵਿੱਚ ਇਕੱਤਰ ਕਰਦਿਆਂ ਹੋਇਆਂ ਚਰਨਾਂ ਨਾਲ ਜੋੜੋ। ਹਿਰਦੇ ਵਿੱਚ ਧਿਆਨ ਗੁਰੂ ਕੀ ਬਾਣੀ ਦਾ, ਗੁਰੂ ਕੇ ਸਰੂਪ ਦਾ ਧਰਦੇ ਹੋਏ ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੀਸਰੇ ਗੁਰੂ ਨਾਨਕ। ਨਿਮਰਤਾ ਦੇ ਮੁਜਸਮੇ, ਤਿਆਗ ਔਰ ਵਿਰਾਗ ਦੇ ਮੂਰਤ। ਸੋਰਠ ਰਾਗ ਦੇ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪੰਨਾ 601 ਦੇ ਉੱਤੇ ਇਹ ਪਾਵਨ ਬਚਨ ਉਪਦੇਸ਼
ਸਾਡੀ ਝੋਲੀ ਵਿੱਚ ਪਾ ਰਹੇ ਹੈ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਸਾਨੂੰ ਸੰਗਤ ਦਾ ਮਹਾਤਮ ਦੱਸਦੇ ਆ। ਸੰਗਤ ਸੰਗ ਕਰਨਾ, ਸੰਗ ਦੋਸ਼, ਸੰਗ ਲਾਭ, ਕਿ ਕਿਹੜੀ ਸੰਗਤ ਕੀਤਿਆਂ ਕੀ ਲਾਭ ਹੈ ਤੇ ਕਿਸ ਸੰਗਤ ਕੀਤਿਆਂ ਸਾਨੂੰ ਕਿਹੜੀਆਂ ਹਾਨੀਆਂ ਹੋ ਜਾਂਦੀਆਂ, ਕਿਹੜਾ ਨੁਕਸਾਨ ਹੁੰਦਾ। ਤੇ ਜਿੱਥੇ ਲਾਭ ਹੈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਪਹਿਲਾਂ ਉਹਦਾ ਦੱਸਦੇ ਹੈ, ਐ ਸਿੱਖਾ ਉੱਥੇ ਉੱਥੇ ਹੀ ਤੇਰੀ ਸੰਗਤ ਹੋਣੀ ਚਾਹੀਦੀ ਹੈ ਜਿੱਥੇ ਗੁਰੂ ਕਾ ਭਾਣਾ ਹੋਵੇ। ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੋ ਸਿੱਖ ਉਹੀ ਸਾਡੇ ਲਈ ਸਾਡਾ ਸਿੱਖ ਹੈ, ਸਿੱਖਿਆ ਧਾਰਨ ਵਾਲਾ, ਜਿਨੇ ਸਿੱਖਿਆ ਧਾਰਨ ਕੀਤੀ ਹੈ। ਬੰਦਪ ਸੋ ਸਿੱਖ ਸਖਾ ਬੰਦਪ ਹੈ ਭਾਈ, ਭਾਈ ਉਹੀ ਸਾਡਾ ਸਿੱਖ ਹੈ, ਸਖਾ ਹੈ, ਭਾਵ ਹੈ, ਬੰਦਪ ਹੈ, ਰਿਸ਼ਤੇਦਾਰ ਹੈ। ਭਾਵ ਕੇ ਕਿਸੇ ਭਾਵ ਤੋਂ ਲੈ ਲਓ। ਜੇ ਅਸੀਂ ਕੋਈ ਰਿਸ਼ਤਾ ਗੁਰੂ ਚੇਲੇ ਦਾ ਜਾਂ ਗੁਰੂ ਜਾਂ ਗੁਰਸਿੱਖ ਦਾ ਸਮਝਦੇ ਹਾਂ, ਜੇ ਸਾਡਾ ਗੁਰਮਤਿ ਦੇ ਆਸ਼ੇ ਅਨੁਸਾਰ ਕੋਈ ਰਿਸ਼ਤਾ ਜੁੜਿਆ ਤਾਂ ਉੱਥੇ ਸਿੱਖਿਆ ਹੈ, ਸਿੱਖ ਹੈ। ਜੇ ਕੋਈ ਭਾਵ ਰਿਸ਼ਤਾ ਜੁੜਿਆ ਹੋਇਆ ਹੈ ਤਾਂ ਉੱਥੇ ਬੰਧਪ ਬਣ ਜਾਂਦਾ ਹੈ। ਸਾਡਾ ਰਿਸ਼ਤਾ ਬੰਧਪ ਰਿਸ਼ਤੇ ਵੀ ਉੱਥੇ ਹੋਣੇ ਚਾਹੀਦੇ ਹੈ। ਤੇ ਸਾਡੇ ਪਰਿਵਾਰ ਦੇ ਵਿੱਚ ਵੀ ਸਾਡਾ ਉੱਥੇ ਹੀ ਮਿਲਾਪ ਹੋਣਾ ਚਾਹੀਦਾ ਹੈ ਜੇ ਗੁਰ ਕੇ ਭਾਣੇ ਵਿੱਚ ਆਵੇ, ਜਿੱਥੇ ਗੁਰੂ ਦਾ ਭਾਣਾ ਦਿਸਦਾ ਹੋਵੇ, ਜਿੱਥੇ ਹਰ ਥਾਂ ਤੇ ਗੁਰੂ ਦੀ ਪਹਿਲ ਹੋਵੇ। ਉੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਜੋੜ ਰੱਖਣਾ ਚਾਹੀਦਾ, ਸੰਗਤ ਕਰਨੀ ਚਾਹੀਦੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਆਂਦਾ ਉਹ ਸਿੱਖ ਸਖਾ ਬੰਧਪ ਹੈ, ਰਿਸ਼ਤਾ ਮਿੱਤਰ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਕੇ ਭਾਣੇ ਤੋਂ ਬਾਹਰ ਹੁੰਦਾ ਹੈ ਨਾ, ਉਹ ਆਪ ਤਾਂ ਵਿਛੜ ਕੇ ਚੋਟਾਂ ਖਾਂਦਾ ਹੀ ਹੈ। ਕਿਉਂਕਿ ਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਸ਼ਬਦ ਦੇ ਵਿਦਵਾਨਾਂ ਨੇ ਅਰਥ ਕੀਤੇ ਆ ਗੋ ਰੂ, ਵੱਖਰੇ ਵੱਖਰੇ ਕਰ ਦਿੱਤੇ ਆ। ਗੋ ਨਾਮ ਦੱਸਿਆ ਹਨੇਰੇ ਦਾ ਤੇ ਰੂ ਨਾਮ ਦੱਸਿਆ ਹੈ ਪ੍ਰਕਾਸ਼ ਦਾ। ਜਿਹੜਾ ਉਪਦੇਸ਼, ਜਿਹੜੀ ਵਿਚਾਰ, ਜਿਹੜਾ ਸਾਡੀ ਹਨੇਰੇ ਵਿੱਚ ਬਾਹ ਫੜ ਕੇ ਸਾਨੂੰ ਪ੍ਰਕਾਸ਼ ਵਿੱਚ ਲੈ ਆਂਦਾ, ਉਹ ਸਾਡਾ ਗੁਰੂ ਹੈ। ਗੋ ਰੂ ਗੁਰੂ, ਉਹ ਸਾਡੇ ਲਈ ਗੁਰੂ ਹੈ। ਹੁਣ ਜਿਹੜਾ ਹਨੇਰੇ ਤੋਂ ਪ੍ਰਕਾਸ਼ ਵਿੱਚ ਆਉਂਦਾ ਹੈ, ਜਿਹੜਾ ਇਸ ਰੀਤ ਤੇ ਚੱਲਦਾ, ਉਹ ਤੇ ਸਾਡਾ ਭਾਈ ਮਿੱਤਰ ਹੈ, ਸੰਬੰਧੀ ਹੈ, ਰਿਸ਼ਤੇਦਾਰ ਹੈ, ਉਹਦੇ ਨਾਲ ਸਾਡੇ ਸਾਰੇ ਸੰਗ ਨੇ। ਪਰ ਜਿਹੜਾ ਪ੍ਰਕਾਸ਼ ਤੋਂ ਹਨੇਰੇ ਵਿੱਚ ਜਾਣਾ ਚਾਹੁੰਦਾ ਜਾਂ ਜਿਹੜਾ ਰਹਿਣਾ ਹੀ ਹਨੇਰੇ 'ਚ ਚਾਹੁੰਦਾ, ਉਹਦੇ ਨਾਲ ਅਸੀਂ ਕੀ ਸੰਗਤ ਕਰਨੀ ਹੈ? ਕਿਉਂ? ਕਿਉਂਕਿ ਉਹਨੇ ਆਪ ਵੀ ਹਨੇਰੇ ਵਿੱਚ ਠੋਕਰਾਂ ਖਾਣੀਆਂ, ਸਾਨੂੰ ਵੀ ਉਹਨੇ ਠੋਕਰਾਂ ਹੀ ਪਵਾਉਣੀਆਂ। ਹਨੇਰੇ ਵਿੱਚ ਕੀ ਲੱਭਣਾ ਹੈ? ਠੋਕਰਾਂ ਹੀ ਨੇ ਨਾ। ਰੱਸੀ ਪਈ ਆ, ਉਹਨੂੰ ਸੱਪ ਦੱਸ ਕੇ ਉੱਠਦਾ ਹੀ ਨਹੀਂ, ਇਹ ਸੱਪ ਹੈ, ਹਨੇਰਾ ਹੈ। ਜਦੋਂ ਹਨੇਰਾ ਚਾਨਣ ਹੋ ਜਾਂਦਾ, ਫਿਰ ਭੁਲੇਖੇ ਸਿਰ ਤੇ ਮੱਥੇ ਤੇ ਹੱਥ ਮਾਰਦਾ, ਇਹ ਕੀ ਹੋ ਗਿਆ? ਇਹ ਤਾਂ ਰੱਸੀ ਪਈ ਸੀ, ਮੈਂ ਸੱਪ ਸਮਝ ਲਿਆ। ਇਹ ਹਨੇਰਾ, ਇਹ ਸੰਸਾਰ ਰੂਪੀ ਰੱਸੀ ਹੈ ਸਾਧ ਸੰਗਤ ਜੀ। ਭਾਵੇਂ ਕਿ ਇਸ ਰਮਜ ਨੂੰ ਸਮਝਣ ਲਈ ਬਹੁਤ ਸਮਾਂ ਲੱਗਦਾ, ਛੇਤੀ ਨਹੀਂ ਸਮਝ ਆਉਂਦੀ। ਕਿਉਂਕਿ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਓ। ਇਹ ਤੇ ਇੰਨਾ ਕਾਲਾ ਹੋਇਆ ਪਿਆ, ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਓ। ਅੱਜ ਇੱਥੇ ਤੇਲ ਕੱਢਦੇ ਆ ਨਾ ਕੋਲੂ ਤੇ, ਉੱਥੇ ਉਹਨਾਂ ਨੇ ਉਹ ਖੰਨਲੀ ਬੱਧੀ ਹੁੰਦੀ ਆ, ਕੱਪੜਾ ਬੱਧਾ ਹੁੰਦਾ, ਉਹਨੂੰ ਖੰਨਲੀ ਕਹਿੰਦੇ ਆ। ਉਹ ਤੇਲ ਕੱਢ ਕੇ ਤੇਲੀ ਜਿਹੜਾ ਕੋਲੂ ਵਾਲਾ ਉਹਦੇ ਨਾਲ ਹੱਥ ਪੂੰਝ ਲੈਂਦਾ, ਕਿਤੇ ਕਿਤੇ ਚਿੱਤ ਕਰੇ ਤੇ ਉਹ ਕੋਲੂ ਉੱਤੇ ਵੀ ਮਾਰ ਦਿੰਦਾ ਵੀ ਚੱਲ ਥੋੜਾ ਜਿਹਾ ਤੇਲ ਲੱਗਿਆ, ਸਾਫ਼ ਕਰ ਦਈਏ। ਤੁਸੀਂ ਵੇਖ ਲਓ, ਥੋੜਾ ਜਿਹਾ ਤੇਲ ਹੱਥ ਸਾਫ਼ ਕਰਨ ਦੇ ਨਾਲ ਉਹ ਇੰਨਾ ਕੁ ਮੈਲਾ ਹੋ ਜਾਂਦਾ ਕੱਪੜਾ, ਜੇ ਉਹਨੂੰ 100 ਵਾਰ ਵੀ ਧੋ ਲਈਏ ਮੈਲ ਨਹੀਂ ਨਿਕਲਦੀ। ਇਹ ਉਦਾਹਰਣ ਦਿੱਤੀ ਸਾਹਿਬ ਜੀ ਨੇ। ਇਹ ਮਨ ਜਿਹੜਾ, ਇਹਨੂੰ ਇੰਨੀ ਮੈਲ ਲੱਗੀ ਹੈ,
ਤੇ ਏਡੀ ਛੇਤੀ ਗੱਲ ਸਮਝ ਆ ਜਾਏਗੀ ਵੀ ਕਿਹੜਾ ਭਾਣਾ, ਕਿਹੜਾ ਹਨੇਰਾ, ਕਿਹੜਾ ਚਾਨਣ ਹੈ, ਕਿਹੜਾ ਸੱਪ ਹੈ, ਕਿਹੜੀ ਰੱਸੀ, ਏਡੀ ਛੇਤੀ ਸਮਝ ਆ ਜਾਣੀ ਹੈ। ਉਹ ਪਹਿਲਾਂ ਬਚਨ ਕੀਤਾ ਹੈ ਨਾ ਵੀ ਥਿਮਕ ਥਿਮਕ ਬੂੰਦਾਂ ਜਬ ਪਰ ਹਨ। ਜਦੋਂ ਅੰਮ੍ਰਿਤ ਬਾਣੀ ਦੀਆਂ ਬੂੰਦਾਬਾਂਦੀ ਹੁੰਦੀ ਰਹੇਗੀ ਨਾ, ਵਾਰ-ਵਾਰ ਇਹ ਗੱਲ ਜਤਾਈ ਜਾਏਗੀ। ਗੁਰਬਾਣੀ ਦੇ ਆਸ਼ੇ ਨੂੰ ਵਾਰ-ਵਾਰ, ਗੁਰਬਾਣੀ ਦੇ 1430 ਪੰਨੇ ਆ, ਹਰ ਸ਼ਬਦ ਦੇ ਅੰਦਰ ਇਹੋ ਹੀ ਗੱਲ ਜਤਾਈ ਜਾ ਰਹੀ ਹੈ, ਕਿਉਂਕਿ ਆਸ਼ਾ ਇੱਕੋ ਹੀ ਹੈ। ਇਹ ਵੱਖਰੀ ਵੱਖਰੀ ਬਾਣੀ ਨਹੀਂ ਹੈ, ਇੱਕੋ ਗੁਰੂ ਕੇ ਇੱਕੋ ਅਕਾਲ ਦੀ ਬਾਣੀ ਹੈ। ਇਹ ਕਿਤੇ ਬੰਦੇ ਦੀ ਬਾਣੀ ਨਹੀਂ। ਸਤਿਗੁਰੂ ਜੀ ਆਪਣੀ ਵੀ ਨਹੀਂ ਇੱਥੇ ਮੋਹਰ ਲਾਉਂਦੇ। ਮਹਾਰਾਜ ਕਹਿੰਦੇ ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਮੈਂ ਵੀ ਨਹੀਂ ਬੋਲਦਾ, ਮੈਨੂੰ ਤਾਂ ਹੁਕਮ ਹੈ। ਫਿਰ ਕਹਿੰਦੇ ਧੁਰ ਕੀ ਬਾਣੀ ਆਈ, ਇਹਦਾ ਮਤਲਬ ਇਸ ਬਾਣੀ ਦਾ ਧੁਰਾ ਬਹੁਤ ਅੱਗੇ ਹੈ। ਗੁਰੂ ਸਾਹਿਬ ਕਹਿੰਦੇ ਮੇਰੇ ਤੇ ਰਾਹੀਂ ਆ ਰਹੀ ਹੈ, ਪਰ ਇਹ ਹੈ ਧੁਰ ਕੀ, ਅਕਾਲ ਦੀ ਬਾਣੀ ਹੈ, ਪਰਮੇਸ਼ਰ ਦੀ ਬਾਣੀ ਹੈ। ਤੇ ਇਸ ਬਾਣੀ ਨੂੰ ਸਮਝਣਾ ਸਾਧ ਸੰਗਤ ਜੀ, ਉਹ ਜਿਸ ਤਰ੍ਹਾਂ ਕਲਗੀਧਰ ਪਿਤਾ ਜੀ ਨੇ ਤੀਰ ਛੱਡੇ ਨਾ, ਤੀਰ ਛੱਡਣ ਤੋਂ ਮਗਰੋਂ ਸਾਹਿਬ ਜੀ ਕਹਿੰਦੇ ਲੱਭ ਕੇ ਲਿਆਓ, ਨਾ ਲੱਭੇ ਸਿੱਖਾਂ ਪੁੱਛਿਆ, ਸੰਖੇਪ ਮਾਤਰ ਹੈ। ਮਹਾਰਾਜ ਤੀਰ ਕਿੱਥੇ ਚਲੇ ਗਏ, ਸਾਨੂੰ ਤਾਂ ਲੱਭੇ ਨਹੀਂ। ਸਾਹਿਬ ਕਹਿਣ ਲੱਗੇ ਉਹ ਤੀਰਾਂ ਦੇ ਨਾਲ ਪੰਛੀ ਦੇ, ਜਿਹੜਾ ਪੰਛੀ ਹਮਾਯੂ ਪੰਛੀ ਹੈ, ਉਹਦੇ ਪੰਖ ਲੱਗੇ ਸੀ। ਉਹ ਪੰਖ ਹੀ ਇੰਨੀ ਤਾਕਤ ਰੱਖਦੇ ਸੀ, ਉਹ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ। ਅਜੇ ਪੰਛੀ ਨਹੀਂ ਉਤਰਿਆ, ਕੱਲੇ ਪੰਖਾਂ ਵਿੱਚ ਇੰਨੀ ਤਾਕਤ ਸੀ, ਉਹ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ। ਮਹਾਰਾਜ ਕਹਿਣ ਲੱਗੇ ਗੁਰਬਾਣੀ ਦੇ ਆਸ਼ੇ ਵਿੱਚ ਇੰਨੀ ਤਾਕਤ ਹੈ, ਇਹ ਗੁਰਬਾਣੀ ਵਿੱਚ ਇੰਨੀ ਤਾਕਤ ਹੈ, ਜਿਹੜੇ ਹਿਰਦੇ ਨੂੰ ਇਹ ਗੁਰਬਾਣੀ ਦਾ ਸ਼ਬਦ ਲੱਗ ਗਿਆ ਨਾ, ਉਹ ਅਕਾਲ ਦੇ ਘਰ ਵਿੱਚ ਲੈ ਜਾਏਗੀ। ਜਿੱਥੋਂ ਬਾਣੀ ਆਈ ਹੈ, ਧੁਰ ਤੋਂ ਆਈ ਹੈ, ਧੁਰ ਹੀ ਲੈ ਜਾਊਗੀ। ਵੇਖੋ ਕੈਸਾ ਆਸ਼ਾ। ਤੇ ਇਸ ਗੱਲ ਨੂੰ ਸਮਝਣ ਲਈ ਸਾਧ ਸੰਗਤ ਜੀ, ਪਹਿਲੋਂ ਉਹਨਾਂ ਪੰਖਾਂ ਨੂੰ ਆਪਣੇ ਨਾਲ ਜੋੜਨਾ ਪੈਣਾ ਹੈ, ਪਹਿਲੋਂ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਪਰੋਣਾ ਪੈਣਾ। ਤੇ ਸਤਿਗੁਰੂ ਕਹਿਣ ਲੱਗੇ ਆ ਕਿ ਗੁਰ ਕੈ ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵਾ। ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹ ਵਿਛੜ ਕੇ ਚੋਟਾਂ ਖਾਂਦਾ। ਗੁਰੂ ਦਾ ਭਾਣਾ ਕੀ ਹੈ? ਗੁਰੂ ਦੇ ਭਾਣੇ ਨੂੰ ਜਾਣਨ ਲਈ ਵੇਖੋ, ਗੁਰੂ ਸਾਹਿਬ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਕਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ। ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ। ਫਿਰ ਭਾਈ ਗੁਰਦਾਸ ਜੀਆਂ ਨੂੰ ਪੜ੍ਹੀਓ, ਕਹਿੰਦੇ ਕੁਰਬਾਨੀ ਤਿਨਾ ਗੁਰ ਸਿੱਖਾਂ, ਪਿਛਲ ਰਾਤੀ ਉਠ ਬਾਂਦੇ ਪੁਰ। ਕੁਰਬਾਨੀ ਤਿਨਾ ਗੁਰ ਸਿੱਖਾਂ, ਅੰਮ੍ਰਿਤ ਵੇਲੇ ਸਰਨਾ ਵੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਹੋਏ ਇੱਕ ਮਨ ਗੁਰ ਜਾਪ ਚ ਬੰਦੇ। 7 ਨਿਸ਼ਾਨੀਆਂ ਭਾਈ ਗੁਰਦਾਸ ਸਾਹਿਬ ਨੇ ਦਸੀਆਂ ਗੁਰਸਿੱਖ ਦੀਆਂ। 7 ਭਾਈ ਗੁਰਦਾਸ ਸਾਹਿਬ ਜੀ ਨੇ ਦਸੀਆਂ, ਉਹਦੇ ਵਿੱਚ ਇੱਕ ਧਾਰਨ ਕਰ ਲਓ। ਐਸਾ ਆਸ਼ਾ ਹੈ ਗੁਰੂ ਖਾਲਸਾ ਜੀ ਗੁਰਬਾਣੀ ਦਾ, ਜਦੋਂ ਆਪਾਂ ਇੱਕ ਧਾਰਨ ਕਰਦੇ ਆ, ਦੂਜੀ ਕੜੀ ਆਪਣੇ ਆਪ ਸਾਡੇ ਨਾਲ ਜੁੜ ਜਾਣੀ ਆ। ਪਰ ਸ਼ੁਰੂਆਤ ਇੱਕ ਤੋਂ ਹੀ ਹੋਣੀ ਹੈ। ਇਹ ਨਹੀਂ ਹੈ ਕਿ ਅਸੀਂ ਸਿੱਧਾ 10ਵੀਂ ਚੀਜ਼ ਨੂੰ ਹੱਥ ਪਾ ਲਈਏ, 10ਵੀਂ ਪੌੜੀ ਤੇ ਚੜ ਜਾਈਏ। ਪਹਿਲੋਂ ਪਹਿਲੀ ਪੌੜੀ ਚੁੱਕਣੀ ਪੈਣੀ ਹੈ। ਤੇ ਪਹਿਲੀ ਪੌੜੀ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ, ਗੁਰਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ। ਭਲਕ ਅੰਮ੍ਰਿਤ ਵੇਲਾ ਬਾਅਦ ਚ ਸ਼ੁਰੂ ਹੁੰਦਾ, ਪਹਿਲੋਂ ਭਲਕ ਹੁੰਦੀ ਹੈ। ਭਲਕ ਜਿਹੜਾ ਉਹ ਪਹਿਰ ਰਾਤ ਹੈ। ਗੁਰਬਾਣੀ ਗੁਰ ਇਤਿਹਾਸ ਦਾ ਆਸ਼ਾ ਵੇਖ ਲਓ, ਜਿੱਥੇ ਵੀ ਹੈ। 10 ਪਾਤਸ਼ਾਹੀਆਂ ਨੇ ਜਦੋਂ ਗੁਰਤਾ ਗੱਦੀ ਦਿੱਤੀ ਹੈ, ਤਿਲਕ ਦੇਣ ਦੇ ਨਾਲ ਹੀ ਇਹ ਦੱਸਿਆ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ, ਪਹਿਲੋਂ ਇੱਕ ਪਹਿਰ ਰਾਤ ਦਾ ਰਹਿੰਦਾ ਹੋਵੇ, ਉਦੋਂ ਉੱਠ ਕੇ ਇਸ਼ਨਾਨ ਕਰਨਾ, ਭਲਕੇ ਉੱਠ। ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਕੁਰਬਾਨੀ ਤਿਨਾ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਾ ਬੰਦੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲੈਣਾ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਵਾਂਗੇ ਨਾ, ਕਰ ਇਸ਼ਨਾਨ, ਫਿਰ ਕਹਿੰਦੇ ਆ ਸਿਮਰ ਪ੍ਰਭ ਆਪਣਾ, ਫਿਰ ਸਿਮਰਨਾ ਪੈਣਾ। ਤੇ ਗੁਰੂ ਸਾਹਿਬ, ਇਹ ਗੁਰੂ ਕਾ ਭਾਣਾ ਹੈ। ਤੇ ਜਿਹੜੇ ਅੱਜ ਕੱਲ ਦੇ ਆਪਣੇ ਭਾਣੇ ਵਿੱਚ ਚੱਲਣ ਲੋਕ ਕਹਿੰਦੇ ਕਿਉਂ ਸਰੀਰ ਨੂੰ ਤੰਗੀ ਦੇਣੀ ਆ, ਸੁੱਖ ਲਓ ਜੀ। ਗੁਰੂ ਨੇ ਸੁੱਖ ਦਿੱਤੇ ਆ ਦੇਣ ਵਾਸਤੇ, ਗੁਰੂ ਨੇ ਸੁੱਖ ਦਿੱਤੇ ਆ, ਇਹ ਕਿਉਂ ਨਹੀਂ ਲੈਣੇ? ਕਿਹਨੇ ਲੈਣੇ ਆ? ਇਹ ਤਾਂ ਐਵੇਂ ਹੀ ਤੁਸੀਂ ਸਮਾਂ ਖਰਾਬ ਕਰ ਦਿਓ। ਇਹ ਦੱਸੋ ਗੁਰੂ ਕਾ ਭਾਣਾ? ਇਹ ਤਾਂ ਨਹੀਂ ਗੁਰੂ ਦਾ ਭਾਣਾ। ਗੁਰੂ ਕਾ ਭਾਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਹੋਣਾ, ਬਾਣੀ ਪੜ੍ਹਨੀ, ਬਾਣੀ ਸਰਵਣ ਕਰਨੀ। ਇਹ ਗੁਰੂ ਕਾ ਭਾਣਾ। ਜਿਹੜੇ ਇਹ ਕਰਦੇ ਆ ਉਹ ਦੁਖੀ ਨਹੀਂ ਹੁੰਦੇ, ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਹੀ ਫਰਮਾਨ ਹੈ ਨਾ, ਮਨ ਤਨ ਭਏ ਅਰੋਗਾ। ਤਨ ਤਾਂ ਰੋਗ ਰਹਿ ਗਿਆ, ਚਲੋ ਬਿਮਾਰੀ ਨਹੀਂ ਲੱਗੀ, ਪਰ ਏਸੀ ਲਾ ਕੇ ਅਸੀਂ ਤਨ ਦੀ ਤੇ ਗਰਮੀ ਦੂਰ ਕਰ ਲਈ। ਜਿਹੜਾ ਅੰਦਰ ਅੱਗ ਬਲਦੀ ਪਈ ਹੈ, ਮਨ ਦੀ ਅੱਗ ਬਲਦੀ, ਉਹ ਤੇ ਨਹੀਂ ਦੂਰ ਹੋਈ। ਉਹ ਤੇ 8 ਵਜੇ ਉੱਠ ਕੇ ਦੂਰ ਨਹੀਂ ਹੋਣੀ। ਉਹ ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੈਠਣਾ ਨਾ,
ਉਹਨੇ ਅੰਦਰ ਦੀ ਅੱਗ ਨੂੰ ਦੂਰ ਕਰਨਾ ਹੈ। ਇਸ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜੇ ਆਪਣੇ ਭਾਣੇ ਵਿੱਚ ਚੱਲਦੇ ਨੇ ਉਹ ਚੋਟਾਂ ਖਾਉਂਦੇ ਆ, 9 ਵਜੇ ਉੱਠ ਕੇ ਤਿਆਰ ਹੋ ਕੇ ਚਲੇ ਜਾਂਦੇ ਆ, ਜਾਂ ਤਾਂ ਫਿਰ ਬਹੁਤ ਜ਼ਿਆਦੀ ਬਣੀ ਜਾਂਦੀ ਹੈ, ਮਾਇਆ ਵਪਾਰ ਹੋਈ ਜਾਂਦਾ, ਜਿੱਦਣ ਘਾਟਾ ਪੈਂਦਾ ਉਦੋਂ ਖਾਲੀ ਹੋ ਜਾਂਦੇ ਆ। ਫਿਰ ਕੋਈ ਫਾਹਾ ਲੈ ਕੇ ਮਰ ਜਾਂਦਾ ਹੈ, ਕੋਈ ਕਿਸੇ ਛਾਲ ਮਾਰ ਕੇ ਮਰ ਜਾਂਦਾ ਹੈ। ਇਹ ਕੋਈ ਜੀਵਨ ਹੈ? ਇਹ ਕੋਈ ਰਸ ਹੈ ਜੀਵਨ ਦਾ? ਜੇ ਗੁਰੂ ਦੇ ਭਾਣੇ ਵਿੱਚ ਹੋਵੇ ਕਿਵੇਂ ਇਹ ਰਸ ਵਿਗੜਨ? ਤੇ ਸਤਿਗੁਰੂ ਕਹਿੰਦੇ ਉਹ ਭਾਈ ਵਿਛੜਦੇ ਆ, ਫਿਰ ਚੋਟਾਂ ਖਾਂਦੇ ਆ ਜਮਾਂ ਦੀਆਂ। ਬਿਨ ਸਤਿਗੁਰ ਸੁਖ ਕਦੀ ਨਾ ਪਾਵੈ ਭਾਈ, ਫਿਰ ਪਛੋਤਾਵੈ। ਇੱਥੇ ਸਤਿਗੁਰੂ ਜੀ ਤੀਸਰੀ ਪੰਕਤੀ ਵਿੱਚ, ਪਹਿਲੀਆਂ ਪੰਕਤੀਆਂ ਵਿੱਚ ਸਾਨੂੰ ਰਾਹ ਦੱਸਿਆ, ਤੀਸਰੀ ਪੰਕਤੀ ਵਿੱਚ ਫੈਸਲਾ ਦਿੱਤਾ ਹੈ। ਜਿਸ ਤਰ੍ਹਾਂ ਆਪਾਂ ਨਾ ਦੋ ਚੀਜ਼ਾਂ ਕਿਸੇ ਨੂੰ ਦੱਸ ਦਈਏ, ਇੱਥੇ ਘੱਟ ਹੈ ਇੱਥੇ ਵੱਧ ਹੈ, ਪਰ ਇੱਕ ਯਾਦ ਰੱਖੀ, ਇਹ ਕੰਮ ਇਹ ਰਾਹ ਨੂੰ ਜਾਏਗਾ ਤੈਨੂੰ ਫਾਇਦਾ ਹੀ ਹੋਏਗਾ, ਘਾਟਾ ਨਹੀਂ ਪੈਂਦਾ। ਇਸੇ ਪ੍ਰਕਾਰ ਮਹਾਰਾਜ ਜੀਆਂ ਨੇ ਤੀਸਰੀ ਪੰਕਤੀ ਵਿੱਚ ਦੱਸ ਦਿੱਤਾ ਕਿ ਯਾਦ ਰੱਖੀ, ਆਪਣੇ ਭਾਣੇ ਵਿੱਚ ਚੱਲਣ ਨਾਲ ਤੈਨੂੰ ਘਾਟਾ ਹੋਏਗਾ, ਵਿਛੜ ਜਾਏਗਾ, ਪਰ ਬਿਨਾਂ ਸਤਿਗੁਰੂ ਤੋਂ ਸੁੱਖ ਕਦੇ ਨਾ, ਬਿਨਾਂ ਸਤਿਗੁਰੂ ਤੋਂ ਤੈਨੂੰ ਸੁੱਖ ਨਹੀਂ ਮਿਲਣਾ। ਫਿਰ ਪਛੋਤਾਵਾ, ਜਦੋਂ ਤੈਨੂੰ ਠੋਕਰ ਪਈ ਮੁੜ ਕੇ ਫਿਰ ਗੁਰੂ ਦੀ ਸ਼ਰਨ ਵਿੱਚ ਹੀ ਆ ਕੇ ਮੱਥਾ ਟੇਕੇਗਾ, ਮਹਾਰਾਜ ਮੈਨੂੰ ਬਖਸ਼ ਲਓ। ਦੱਸੋ ਕੋਈ ਹੈ ਦੁਨੀਆ ਵਿੱਚ ਐਸਾ ਬਖਸ਼ਣ ਵਾਲਾ? ਗੁਰੂ ਕੋਲ ਹੀ ਆ ਕੇ ਬਖਸ਼ਾਏਗਾ, ਤੇ ਬਖਸ਼ਾਉਣ ਤੋਂ ਪਹਿਲਾਂ ਹੀ ਤੂੰ ਗੁਰੂ ਦੇ ਨਾਲ ਜੁੜ ਕੇ ਜਾਏਗਾ ਨਾ, ਅਰਦਾਸ ਕਰਾ ਕੇ ਜਾਏਗਾ, ਕਦੇ ਠੋਕਰ ਪਏਗੀ ਨਹੀਂ, ਕਦੇ ਵਿਗਣ ਪਏਗਾ ਹੀ ਨਹੀਂ ਜੇ ਪਹਿਲੋਂ ਆ ਕੇ ਇੱਥੇ ਹਾਜ਼ਰੀ ਭਰ ਕੇ ਜਾਵੇਂਗਾ। ਤੇ ਮਤਾ ਮਨ ਵਿੱਚ ਇਹ ਵੀ ਭੁਲੇਖਾ ਰੱਖਿਓ ਕਿ 10 ਵਜੇ ਉੱਠੇ, ਆ ਕੇ ਛੇਤੀ ਭਜਦੇ ਮੱਥਾ ਟੇਕ ਲਿਆ। ਇਹ ਯਾਦ ਰੱਖਿਓ, ਇਹ ਗੁਰੂ ਦਾ ਦਰਬਾਰ ਹੈ, ਇਹ ਸ਼ੀਸ਼ੇ ਵਾਂਗੂ ਹੈ। ਜੇ ਮੂੰਹ ਤੇ ਕਾਲਖ ਮਲ ਕੇ ਕਹੋ ਨਾ ਵੀ ਸ਼ੀਸ਼ਾ ਸਾਨੂੰ ਸਾਫ਼ ਮੂੰਹ ਵਿਖਾਏਗਾ, ਨਹੀਂ, ਸ਼ੀਸ਼ੇ ਨੇ ਤੇ ਉਹੋ ਜਿਹਾ ਮੂੰਹ ਵਿਖਾਣਾ, ਜੇ ਸ਼ਿੰਗਾਰ ਕਰਕੇ ਵੇਖੋਗੇ ਉਹਨੇ ਸ਼ਿੰਗਾਰ ਵਾਲਾ ਦੱਸ ਦੇਣਾ, ਜੇ ਕਾਲਖ ਮਲ ਕੇ ਜਾਓਗੇ ਤੇ ਉਹਨੇ ਕਾਲਖ ਹੀ ਵਿਖਾਉਣੀ ਹੈ। ਇਸ ਕਰਕੇ ਇਸ ਦਰਬਾਰ ਦੇ ਉੱਤੇ ਜਿੰਨੀ ਸ਼ਰਧਾ ਭਾਵਨਾ ਇਕਾਗਰਤਾ ਨਾਲ ਆ ਕੇ ਹਾਜ਼ਰੀ ਭਰਾਂਗੇ ਨਾ, ਉਨਾ ਸਾਡਾ ਰਾਹ ਸਫਲਾ ਹੋ ਹੀ ਜਾਏਗਾ। ਇਹ ਨਹੀਂ ਵੀ ਭੱਜ ਕੇ ਆਏ, ਮੱਥਾ ਟੇਕਿਆ, ਵੀ ਖਾਨਾ ਪੂਰਤੀ ਕਰਨੀ ਆ। ਉਹਦੇ ਲਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਉਹਦੇ ਵਿੱਚ ਕੋਈ ਗੁਣ ਨਹੀਂ, ਕੋਈ ਉਪਕਾਰ ਨਹੀਂ, ਬਸ ਆਏ ਕਰ ਲਿਆ ਕੰਮ, ਫਿਰ ਉਹੋ ਜਿਹੇ ਅੱਗੇ ਕੰਮ ਬਣਦੇ। ਤੋ ਸਤਿਗੁਰੂ ਜੀ ਨੇ ਫੈਸਲਾ ਦੇ ਦਿੱਤਾ, ਬਿਨਾਂ ਸਤਿਗੁਰਾਂ ਦੇ ਭਾਣੇ ਤੋਂ ਭਾਈ ਵਾਰ-ਵਾਰ ਪਛਤਾਣਾ ਪੈਂਦਾ ਹੈ। ਹਰ ਕੀ ਦਾਸ ਸੁਹੇਲੇ ਭਾਈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜੇ ਉਸ ਪਰਮੇਸ਼ਰ ਦੇ ਦਾਸ ਨੇ, ਸੇਵਕ ਨੇ। ਸੇਵਕ ਕੌਣ ਨੇ? ਜਿਹੜੇ ਉਹਦੇ ਭਾਣੇ ਵਿੱਚ ਰਹਿੰਦੇ ਆ, ਜਿਹੜੇ ਉਹਦੇ ਦਾਸ ਸੇਵਕ ਨੇ ਭਾਈ, ਉਹ ਸਦਾ ਸੁਹੇਲੇ ਰਹਿੰਦੇ ਨੇ, ਸਦਾ ਸੁਖੀ ਰਹਿੰਦੇ ਹਨ। ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਉਹ ਸੁਹੇਲੇ ਰਹਿੰਦੇ ਆ, ਤੇ ਉਹ ਇੰਨੇ ਸੁਹੇਲੇ ਰਹਿੰਦੇ ਆ ਨਾ, ਜਿਹੜੇ ਰੱਬ ਦੇ ਪਿਆਰੇ ਆ, ਉਹ ਭਾਈ ਆਪਣੇ ਜਨਮਾਂ ਦੇ ਦੁੱਖ ਵੀ ਘਟਾ ਲੈਂਦੇ ਆ ਗੁਰੂ ਤੋਂ। ਸਾਡੇ ਤੋਂ ਤਾਂ ਇਸ ਦੁਨੀਆ ਦੇ ਸੁੱਖਾਂ ਵਿੱਚ, ਇਸ ਦੁਨੀਆ ਦੇ ਵਿਘਨ ਘਟਾਉਣੇ ਔਖੇ ਹੋ ਜਾਂਦੇ ਆ, ਪਰ ਜਿਹੜੇ ਰੱਬ ਦੇ ਪਿਆਰੇ ਉਹ ਜਨਮਾਂ ਦੇ ਦੁੱਖ ਵੀ ਘਟਾ ਲੈਂਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਆਹ ਵਾਰੀ ਮਿਲ ਗਈ ਆ, ਮੁੜ ਕੇ ਵਾਰੀ ਨਹੀਂ ਮਿਲਣੀ। ਵੇਖੋ ਸਾਡੀਆਂ ਅੱਖਾਂ ਸਾਹਮਣੇ ਸਾਰਾ ਸਿਧਾਂਤ ਚੱਲਦਾ, ਅਸੀਂ ਸਿਰਫ ਵਹਿੰਦਿਆਂ ਹੋਇਆਂ ਅੰਨੇ ਆ। ਜਿਵੇਂ ਲੋਕ ਕਹਿ ਦਿੰਦੇ ਨਾ ਵੀ ਇਹ ਪੜ੍ਹਿਆ ਲਿਖਿਆ ਅਨਪੜ੍ਹ ਹੈ, ਇਹਨੂੰ ਗਿਆਨ ਨਹੀਂ ਕਿਸੇ ਗੱਲ ਦੀ, ਇਹਨੇ ਪੜ੍ਹਿਆ ਕੀ ਆ। ਇਸੇ ਤਰ੍ਹਾਂ ਅਸੀਂ ਅੱਖਾਂ ਹੁੰਦੇ ਅੰਨੇ ਹੋਏ ਬੈਠੇ ਆ। ਕੀ ਅੰਨੇ ਆ ਕਿ ਸਾਧ ਸੰਗਤ ਜੀ ਵੇਖੋ, ਆ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਦਰਬਾਰ ਦੀ ਵਾਰਗਾਹ ਆ, ਇੱਥੇ ਕਿਸੇ ਨੂੰ ਰੋਕਿਆ ਤਾਂ ਨਹੀਂ ਜਾਂਦਾ, ਕਿਉਂਕਿ ਪਹਿਲੀ ਗੱਲ ਤੇ ਗੁਰੂ ਦਾ ਦਰਬਾਰ ਹੈ, ਤੇ ਦੂਸਰੀ ਗੱਲ ਕਿ ਇਹ ਸਾਰਿਆਂ ਦਾ ਸਾਂਝਾ, ਇੱਥੇ ਕੋਈ ਰੋਕ ਹੋ ਹੀ ਨਹੀਂ ਸਕਦੀ। ਕਿਸੇ ਨੂੰ ਵੀ, ਕਿਸੇ ਧਰਮ ਨੂੰ, ਕਿਸੇ ਜਾਤ ਪਾਤ ਨੂੰ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ, ਪਰ ਅਜੇ ਵੀ ਇੱਥੇ ਭੇਦ ਹੈਗਾ। ਮਾਫ ਕਰਿਓ, ਦੱਸੋ ਇੱਥੇ ਕੋਈ ਕੁੱਤਾ ਆ ਜਾਏ ਉਹਨੂੰ ਅੰਦਰ ਆਣ ਦਿਆਂਗੇ? ਕੋਈ ਪੰਛੀ ਆ ਜਾਏ, ਕੋਈ ਗਾਂ ਮੱਝ ਆ ਜਾਏ, ਮਾਫ ਕਰਨਾ, ਕਿਉਂਕਿ ਉਹਨਾਂ ਦੀ ਵਾਰੀ ਨਹੀਂ ਹੈ। ਹੁਣ ਵਾਰੀ ਕੇਵਲ ਮਨੁੱਖਾਂ ਦੀ ਆ, ਤੇ ਗੁਰਸਿੱਖਾਂ ਨੂੰ ਇਹ ਗੱਲ ਸਮਝ ਹੁੰਦੀ ਆ ਵੀ ਸਾਡੀ ਵਾਰੀ ਆ, ਮਹਾਰਾਜ ਦੇ ਪੈਰਾਂ 'ਚ ਪੈ ਕੇ ਇਹੋ ਹੀ ਜਨਮ ਕਟਾ ਲਈਏ, ਮਹਾਰਾਜ ਦੁਬਾਰਾ ਕਿਸੇ ਜੋਨੀ 'ਚ ਨਾ ਭਟਕਣਾ ਪੈ ਜਾਏ। ਜੇ ਸਾਨੂੰ ਜਨਮ ਦੇਣਾ ਤੇ ਆਪਣੇ ਚਰਨਾਂ ਵਿੱਚ ਹੀ ਰੱਖੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ,
ਮਨ ਪ੍ਰੀਤ ਚਰਨ ਕਮਲਾਰੇ। ਜਾਂ ਤਾਂ ਕੁਝ ਦਵੀ ਨਾ, ਜੇ ਦੇਣਾ ਤੇ ਇਹੋ ਹੀ ਦੇ ਦੀ। ਤੇ ਸਤਿਗੁਰੂ ਕਹਿੰਦੇ ਭਾਈ ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਕਟਾ ਲੈਂਦੇ ਆ, ਸੁਖੀ ਹੋ ਜਾਂਦੇ ਹਨ। ਰਹਾਉ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਵਿਸ਼ਰਾਮ ਦੇ ਕੇ ਜਿਹੜੀਆਂ ਉੱਪਰਲੀਆਂ 4 ਪੰਕਤੀਆਂ ਆਪਾਂ ਪੜ੍ਹੀਆਂ, ਉਹ ਇੱਕ ਆਸ਼ਾ ਹੈ, ਇੱਕ ਧੁਰਾ ਹੈ। ਹੁਣ ਉਸ ਧੁਰੇ ਦੇ ਅੱਗੇ ਸਤਿਗੁਰੂ ਜੀ ਸਾਨੂੰ ਸਿਧਾਂਤ ਦੱਸਦੇ ਆ ਵੀ ਇਸ ਧੁਰੇ ਦਾ ਸਿਧਾਂਤ ਕੀ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰ। ਸਿੱਧੇ ਸ਼ਬਦ ਨੇ ਸਾਧ ਸੰਗਤ ਜੀ, ਸਮਝਣਾ ਵੀ ਸੁਣਨਾ ਵੀ ਸਿੱਧਾ ਹੀ ਹੈ, ਬਸ ਇਹਨਾਂ ਉੱਤੇ ਚੱਲਣਾ ਹੀ ਔਖਾ ਹੈ। ਇਹਨਾਂ ਨੂੰ ਆਪਣੇ ਜੀਵਨ ਉੱਤੇ ਢਾਲਣਾ ਹੀ ਔਖਾ, ਹੋਰ ਕੁਝ ਨਹੀਂ ਹੈ। ਪਰ ਇਹ ਇੱਕੋ ਸ਼ਬਦ ਦੇ ਵਿੱਚ ਕਿੱਡੀ ਵੱਡੀ ਰਮਜ ਸਤਿਗੁਰਾਂ ਨੇ ਦਿੱਤੀ ਹੈ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ। ਆ ਜਿੰਨਾ ਕਹਿੰਦੇ ਆ ਨਾ, ਜੇ ਕਹਿ ਦਈਏ ਭਾਈ ਜਾ ਨਿਤਨੇਮ ਕਰ ਲੈ, ਮੈਂ ਬੱਚਿਆਂ ਨੂੰ ਤਿਆਰ ਕਰਨਾ ਹੈ, ਭਾਈ ਪਾਠ ਕਰ ਲੈ, ਮੈਂ ਪ੍ਰਸ਼ਾਦਾ ਤਿਆਰ ਕਰਨਾ, ਮੈਂ ਆਹ ਕੰਮ ਕਰਨੇ ਆ, ਘਰ ਦੇ ਆਹ ਕਰਨੇ ਆ, ਭਾਈ ਨੂੰ ਕਹਿ ਦੋ ਮੈਂ ਡਿਊਟੀ ਜਾਣਾ, ਆਹ ਕਰਨਾ। ਭਾਵ ਕਿ ਹਰ ਥਾਂ ਤੇ ਕੁਟੰਬ ਦੇ ਬੰਧਨ ਨੇ। ਸਵੇਰੇ ਉੱਠਦੇ ਲੈ ਕੇ ਸ਼ਾਮ ਦੇ ਸੌਣ ਤੱਕ ਸਾਰੇ ਬੰਧਨ ਹੀ ਬੰਧਨ ਨੇ। ਕਿਸੇ ਨੂੰ ਕਹਿ ਦੋ ਨਿਤਨੇਮ ਕਰ ਲਓ, ਪਾਠ ਪੂਜਾ ਕਰ ਲਓ, ਅੰਮ੍ਰਿਤ ਵੇਲੇ ਉੱਠ ਜਾਓ। ਵੇਖੋ ਜੀ ਬੱਚਿਆਂ ਵਾਲੇ ਆ, ਪਰਿਵਾਰ ਵੀ ਸੰਭਾਲਣਾ ਹੁੰਦਾ, ਕਾਰ ਵਿਹਾਰ ਨਹੀਂ ਕਰਨੇ, ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ। ਸਖਾਲਾ ਹੀ ਲੱਭਦੇ ਆ ਨਾ ਹਰ ਥਾਂ ਤੇ, ਸਾਨੂੰ ਕੋਈ ਸੌਖਾ ਕਰ ਦੇ। ਜਿਹੜਾ ਕੋਈ ਗੁਰਸਿੱਖ ਪਿਆਰਾ ਕਹਿੰਦਾ ਚਲੋ ਤੁਸੀਂ ਨਾ ਉੱਠਿਆ ਕਰੋ, ਫਿਰ ਕਹਿੰਦੇ ਜੀ ਉਹ ਜਿਹੜਾ ਭਾਈ ਆ ਨਾ ਉਹ ਬਹੁਤ ਵਧੀਆ ਗੱਲਾਂ ਕਰਦਾ ਹੈ। ਕਿਉਂ? ਸਾਡੇ ਮੁਤਾਬਕ ਕਰਦਾ, ਆਪਣੇ ਭਾਣੇ 'ਚ। ਆਪਣੇ ਭਾਣੇ 'ਚ ਚੱਲਣ ਲਈ ਗੱਲਾਂ ਚੰਗੀਆਂ ਨੇ। ਜਦੋਂ ਕੋਈ ਡਾਢਾ ਹੋ ਕੇ ਚੱਲਦਾ ਭਾਈ ਜੇ ਅੰਮ੍ਰਿਤ ਵੇਲੇ ਨਾ ਉੱਠੇ, ਸਾਡਾ ਤੁਹਾਡਾ ਕੋਈ ਸੰਬੰਧ ਨਹੀਂ, ਫਿਰ ਉੱਥੇ ਸਾਨੂੰ ਬੰਧਨ ਪੈ ਜਾਂਦੇ ਆ। ਫਿਰ ਕਹਿੰਦੇ ਨਹੀਂ ਜੀ ਉਹ ਤੇ ਬਹੁਤ ਜ਼ਿਆਦਾ ਡਾਢੇ ਨੇ, ਇੰਨਾ ਡਾਢਾ ਥੋੜਾ ਸੰਸਾਰ ਚੱਲਦਾ, ਸੰਸਾਰ ਵਿੱਚ ਚੱਲਣ ਲਈ। ਨਹੀਂ ਭਾਈ, ਆਪਣੇ ਮਨ ਨੂੰ ਮਨਾਓ। ਇਹ ਜਿੰਨੀਆਂ ਮਾੜੀਆਂ ਗੱਲਾਂ ਨੇ ਮਨ ਬੋਲਦਾ, ਇਹ ਮਨ ਹੀ ਨਾਲ ਸਮਝੌਤਾ ਕਰਨਾ ਪੈਣਾ, ਇਹਨੂੰ ਸਮਝਾਉਣਾ ਪੈਣਾ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ। ਮਹਾਰਾਜ ਨੇ ਮਨ ਨੂੰ ਗਧਾ ਕਿਹਾ, ਕਹਿੰਦੇ ਏਡਾ ਤੇਰਾ ਵਿਸ਼ਵਾਸ ਹੀ ਨਹੀਂ, ਗਧਾ ਕਿਤੇ ਟਿਕਦਾ, ਛਾਲਾਂ ਮਾਰੀ ਜਾਂਦਾ ਪਰ ਟਿਕ ਜਾਂਦਾ। ਖਰਕਾ ਪੈਖਰ ਤਉ ਛੁੱਟਾ, ਜੋ ਉੱਪਰ ਲਾਦਾ, ਜਦੋਂ ਲੱਦਿਆ ਹੋਵੇ ਨਾ ਭਾਰ ਦੇ ਨਾਲ, ਕੁਆਂਟਲ ਦੇ ਨਾਲ, ਫਿਰ ਐ ਚੱਲਦਾ ਲੜੀਵਾਰ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਭ ਸੰਸਾਰ ਦੇ ਕੁਟੰਬ ਬੰਧਨ ਨੇ, ਇਹ ਭਰਮ ਪਿਆ ਹੋਇਆ ਸੰਸਾਰ ਨੂੰ। ਮਹਾਰਾਜ ਕਹਿੰਦੇ ਭਰਮ ਭੁੱਲਾ ਸੰਸਾਰਾ, ਸਾਰਾ ਸੰਸਾਰ ਹੀ ਇਸ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨਾ ਗੁਰੂ ਤੋਂ ਇਹ ਬੰਧਨ ਨਹੀਂ ਟੁੱਟ ਸਕਦਾ। ਬਿਨਾ ਗੁਰੂ ਤੋਂ ਇਹ ਬੰਧਨ ਜਨਮ ਮਰਨ ਵਾਲਾ ਟੁੱਟਣਾ ਹੀ ਨਹੀਂ। ਜਿੰਨਾ ਮਰਜੀ ਜ਼ੋਰ ਲਾ ਲਓ, ਜਿੰਨੇ ਮਰਜੀ ਬੱਚੇ ਪਾਲ ਲਓ, ਵੱਡੀਆਂ ਵੱਡੀਆਂ ਪੜ੍ਹਾਈਆਂ ਕਰਾ ਲਓ, ਵੱਡੀਆਂ ਵੱਡੀਆਂ ਪੋਸਟਾਂ ਤੇ ਬੱਚਿਆਂ ਨੂੰ ਸੈੱਟ ਕਰਕੇ ਛਾਤੀ ਤੇ ਹੱਥ ਮਾਰ ਕੇ ਲੋਕਾਂ ਵਿੱਚ ਕਹੋ ਅਸੀਂ ਬੱਚੇ ਪੜ੍ਹਾਏ ਆ, ਅਸੀਂ ਸਫਲ ਹਾਂ, ਇਹ ਬੰਧਨ ਹੈ, ਇਹ ਸਫਲਤਾ ਨਹੀਂ ਹੈ। ਤੁਸੀਂ ਕਿਸੇ ਗੁਰਸਿੱਖ ਦਾ ਜੀਵਨ ਨਹੀਂ ਸਵਾਰ ਸਕੇ, ਤੁਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਹੀਂ ਧਾਰਨ ਕਰਾ ਸਕੇ, ਤੁਸੀਂ ਆਪਣੇ ਬੱਚਿਆਂ ਵਿੱਚ ਗੁਰਮਤ ਨਹੀਂ ਧਾਰਨ ਕਰ ਸਕੇ। ਜਿੰਨੀਆਂ ਮਰਜ਼ੀ ਡਿਗਰੀਆਂ ਕਰਾ ਲਓ, ਕਿਸੇ ਲੇਖੇ ਨਹੀਂ। ਮਾਫ ਕਰਨਾ ਸਾਧ ਸੰਗਤ ਜੀ, ਭਾਵੇਂ ਕਿ ਗੁਰੂ ਉਪਦੇਸ਼ ਸਾਨੂੰ ਧਾਰਨ ਕਰਨਾ ਚਾਹੀਦਾ। ਕਈਆਂ ਦੇ ਮਨ ਵਿੱਚ ਚੋਟ ਵੀ ਲੱਗ ਜਾਂਦੀ ਹੈ, ਕਿਉਂਕਿ ਟਿੱਬੇ ਵੀ ਬਣੇ ਹੁੰਦੇ ਆ ਨਾ, ਪਹਾੜ ਬਣੇ ਹੁੰਦੇ ਆ ਹੰਕਾਰ ਦੇ। ਵੇਖੋ ਜੀ ਇਹ ਕੈਸੀਆਂ ਗੱਲਾਂ ਕਰਦੇ ਆ, ਪਰ ਨਹੀਂ, ਮੰਨਣਾ ਪੈਣਾ ਇਸ ਗੱਲ ਨੂੰ। ਭਾਵੇਂ ਹੁਣ ਮੰਨ ਲਓ, ਸਿੱਧੀ ਤਰ੍ਹਾਂ ਮੰਨ ਲਓ, ਭਾਵੇਂ ਮਨ ਨਾਲ ਸਲਾਹ ਕਰਕੇ ਮੰਨ ਲਓ ਵੀ ਇਹ ਗੱਲ ਸਹੀ ਹੈ, ਗੁਰਾਸ਼ੇ ਵਿੱਚ ਹੈ। ਗੁਰੂ ਸਾਹਿਬ ਨੇ ਕਿਹਾ ਕਿਤੇ ਵੀ ਇੰਨੀਆਂ ਪੜ੍ਹਾਈਆਂ ਕਰ ਲਓ, ਗੁਰਮਤ ਨਾ ਪੜ੍ਹਾਓ, ਅੰਮ੍ਰਿਤ ਵੇਲਾ ਨਾ ਸਿਖਾਓ ਬੱਚਿਆਂ ਨੂੰ, ਗੁਰਬਾਣੀ ਨਾ ਸਿਖਾਓ। ਗੁਰੂ ਸਾਹਿਬ ਤਾਂ ਕਹਿੰਦੇ ਗੁਰਬਾਣੀ ਬਣੀਆਂ, ਗੁਰਬਾਣੀ ਬਣਾਓ। ਜੋ ਗੁਰਬਾਣੀ ਕਹਿ ਰਹੀ ਹੈ ਉਹ ਤੁਹਾਡੇ ਜੀਵਨ ਵਿੱਚੋਂ ਦਿਸਣਾ ਚਾਹੀਦਾ ਹੈ। ਤੋ ਇਸ ਕਰਕੇ ਸਤਿਗੁਰੂ ਕਹਿੰਦੇ ਬਿਨਾਂ ਗੁਰੂ ਤੋਂ ਇਹ ਬੰਧਨ ਨਹੀਂ ਟੁੱਟਣੇ। ਗੁਰਮੁਖ ਮੋਖ ਦੁਆਰਾ, ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ ਉਹਨਾਂ ਦੇ ਸਾਰੇ ਰਾਹ ਖੁੱਲੇ ਆ। ਮੋਖ ਦੁਆਰਾ, ਉਹਨਾਂ ਲਈ ਸਾਰੇ ਦਰਵਾਜ਼ੇ ਖੁੱਲੇ ਹਨ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮਹਿ ਵਾਰੋ ਵਾਰਾ। ਸੱਚੇ ਪਾਤਸ਼ਾਹ ਕਹਿੰਦੇ ਕਰਮ ਕਰਦਾ ਹੈ, ਗੁਰੂ ਕੇ ਸ਼ਬਦ ਨੂੰ ਪਛਾਣਦਾ ਨਹੀਂ। ਉਹਦਾ ਹੱਲ ਕੀ ਹੈ, ਉਹਦਾ ਨਿਚੋੜ ਕੀ ਨਿਕਲਣਾ ਹੈ ਕਿ ਮਰ ਜਾਂਦਾ, ਫਿਰ ਮੁੜ ਕੇ ਫਿਰ ਜਨਮ ਲੈਣਾ ਪੈ ਜਾਂਦਾ। ਉਹ ਗੱਲ ਵੱਖਰੀ ਹੈ। ਤੇਰੇ ਕਰਮਾਂ ਦੇ ਹਿਸਾਬ ਨਾਲ ਤੈਨੂੰ ਜਨਮ ਕਿੱਥੇ ਮਿਲਣਾ ਉਹ ਅਗਲੀ ਗੱਲ ਹੈ।
ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ। ਬੱਚਿਆਂ ਨੂੰ ਸਿਮਰਦਾ ਮਰ ਗਿਆ ਤੇ ਕੁੱਕਰ ਸੂਕਰ ਵਿੱਚ ਤੁਰਿਆ ਫਿਰੇਗਾ, ਉਹ ਗੱਲ ਅਗਲੀ ਹੈ। ਪਰ ਵਾਰ-ਵਾਰ ਤਾਂ ਮਰੇਗਾ ਨਾ। ਕਦੀ ਕੁੱਤਾ ਬਣ ਕੇ ਮਰ ਗਿਆ, ਬੈਲ ਬਣ ਕੇ ਮਰ ਗਿਆ, ਵਾਰ-ਵਾਰ ਤਾਂ ਮਰੇਗਾ ਨਾ। ਤੇ ਕਿਉਂ ਨਹੀਂ ਆਪਣੇ ਦੁਆਰ ਮੋਖ ਕਰਾਉਂਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਇਹ ਬਿਨਾਂ ਸ਼ਬਦ ਨੂੰ ਪਛਾਣੇ ਤੋਂ, ਬਿਨਾਂ ਸ਼ਬਦ ਨੂੰ ਧਾਰਨ ਤੋਂ ਮਰ ਕੇ ਜਨਮਣਾ ਪੈਂਦਾ ਹੈ। ਹਉ ਮੇਰਾ ਜਗ ਪਲਤ ਰਹਿਆ ਭਾਈ, ਕੋਈ ਨ ਕਿਸੀ ਕੀਰਾ। ਸਤਿਗੁਰੂ ਕਹਿੰਦੇ ਆਹ ਗੱਲ ਨੇ ਸਾਰੇ ਸੰਸਾਰ ਨੂੰ ਖਤਮ ਕੀਤਾ। ਹਉ ਮੇਰਾ ਜਗ ਪਲਚ ਰਹਿਆ। ਆ ਮੇਰਾ ਧੀ ਆ, ਮੇਰੀ ਪੋਤਾ, ਮੇਰੀ ਪਤਨੀ ਆ। ਇਹ ਭਗਤ ਸਾਹਿਬ ਕੀ ਕਹਿੰਦੇ ਆ? ਕਹਿੰਦੇ ਜਦੋਂ ਮਰਦਾ ਸਭ ਤੋਂ ਪਹਿਲਾਂ ਘਰ ਵਾਲੀ ਕਹਿੰਦੀ ਆ ਪ੍ਰੇਤ ਪ੍ਰੇਤ ਕਰ ਭਾਗੀ, ਇਹਨੂੰ ਲੈ ਜਾਓ ਕਿਤੇ ਪ੍ਰੇਤ ਬਣ ਕੇ ਨਾ ਆ ਜਾਏ। ਜਿਹਨੂੰ ਕਹਿੰਦਾ ਮੇਰੀ ਘਰ ਵਾਲੀ ਆ ਮਾਫ ਕਰਨ, ਜਿਹਨੂੰ ਕਹਿੰਦਾ ਮੇਰੇ ਪੁੱਤਰ ਨੇ, ਉਹ ਮੁੜ ਕੇ ਜਾ ਕੇ ਆਂਦੇ ਫਿਰਦੇ ਆ ਸਾਡਾ ਘਰ ਪਰ ਪਿਓ ਸਾਨੂੰ ਤੰਗ ਕਰਦਾ ਹੈ ਜੀ, ਪਤਾ ਨਹੀਂ ਕਿਹੜੀ ਜੂਨ ਵਿੱਚ ਆ ਕੇ। ਮੰਨਣਾ ਨਾ ਮੰਨਣਾ ਸਾਧ ਸੰਗਤ ਜੀ ਸਾਡੇ ਮਨ ਦੇ ਵਿਚਾਰ ਨੇ, ਪਰ ਗੁਰੂ ਕੇ ਆਸ਼ੇ ਨੂੰ ਸਮਝਣਾ ਇਹ ਗੁਰਸਿੱਖ ਦਾ ਧਰਮ ਹੈ। ਗੁਰੂ ਕੇ ਆਸ਼ੇ ਨੂੰ। ਤੇ ਮਹਾਰਾਜ ਕਹਿੰਦੇ ਜਿਹੜਾ ਹਉਮੈ ਮੇਰਾ ਦਾ ਭਾਵ ਹੈ, ਇਹਦੇ ਸਾਰਾ ਸੰਸਾਰ ਪਲਚਿਆ ਹੋਇਆ ਹੈ। ਗੁਰਮੁਖ ਮਹਿਲ ਪਾਇਨ ਗੁਣ ਗਾਇਨ, ਨਿਜ ਘਰ ਹੋਏ ਬਸੇਰਾ। ਹਉਮੈ ਮੇਰੇ ਦੇ ਬੰਧਨ ਨੇ ਸਾਰੇ ਸੰਸਾਰ ਨੂੰ ਖਤਮ ਕਰ ਦਿੱਤਾ, ਪਰ ਹੈ ਕੋਈ ਕਿਸੇ ਦਾ ਨਹੀਂ। ਕੋਈ ਕਿਸੇ ਦਾ ਨਹੀਂ ਹੈ। ਜੇ ਕੋਈ ਕਹਿ ਦੇਵੇ ਨਾ, ਕੋਈ ਕਵੇ ਮੇਰਾ ਮੇਰੇ ਪਤੀ ਨਾਲ ਬਹੁਤ ਪਿਆਰ ਸੀ, ਜਦੋਂ ਚਾੜੀ ਦਾ ਨਾ ਉਹਨੂੰ ਚਿਖਾ ਦੇ ਉੱਤੇ ਉਦੋਂ ਬਾਹ ਫੜ ਕੇ ਕਦੀ ਕਿਸੇ ਇਸਤਰੀ ਨੂੰ ਕਹਿ ਕੇ ਵੇਖੋ ਨਾਲ ਤੁਰ ਜਾ ਲੈ, ਕਹਿੰਦੀ ਉਹ ਆਪਦੇ ਰਾਹ ਗਿਆ, ਮੈਂ ਆਪਦੇ ਰਾਹ ਜਾਣਾ। ਇਹ ਤੇ ਕੋਈ ਕਿਸੇ ਦਾ ਨਹੀਂ। ਪਰ ਸਤਿਗੁਰੂ ਕਹਿੰਦੇ ਗੁਰਮੁਖ ਮਹਿਲ ਪਾਇਨ ਗੁਣ ਗਾਵਨ। ਜਿਹੜੇ ਗੁਰਮੁਖ ਨੇ ਉਹ ਗੁਣ ਗਾਉਂਦੇ ਨੇ, ਤੇ ਗੁਣ ਗਾਉਣ ਵਾਲਾ ਸੱਚਖੰਡ ਵਿੱਚ ਰਹਿੰਦਾ ਹੈ। ਮਹਿਲ ਪਾਉਂਦਾ ਉਹ ਮਹਿਲ ਵਿੱਚ ਬੈਠਾ, ਜਿੱਥੇ ਵੀ ਬੈਠਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ। ਜਿੱਥੇ ਗੁਣ ਗਾਏ ਜਾ ਰਹੇ ਨੇ ਉਹ ਧਰਤੀ ਹਰਿਆਵਲੀ ਹੋ ਰਹੀ ਹੈ। ਉਹ ਸੱਚਖੰਡ ਹੈ, ਉਹੀ ਥਾਂ ਸੱਚਖੰਡ ਹੈ। ਸਤਿਗੁਰੂ ਕਹਿੰਦੇ ਜਿਹੜੇ ਗੁਣ ਗਾਉਂਦੇ ਨੇ ਉਹ ਸੱਚਖੰਡ ਵਿੱਚ ਰਹਿੰਦੇ ਨੇ, ਆਪਣੇ ਨਿਜ ਘਰ ਦਾ ਆਨੰਦ ਮਾਣਦੇ ਹਨ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਕਹਿਣ ਲੱਗੇ ਭਾਈ ਜਿਹੜੇ ਇੱਥੇ ਇਸ ਆ ਸੰਸਾਰ ਵਿੱਚ ਮਨੁੱਖ ਆ ਕੇ ਕਿਉਂ ਇੱਥੇ ਬੂਝੇ ਸੋ ਆਪ ਪਛਾਣੈ, ਇਹ ਕੇਵਲ ਮਨੁੱਖ ਮਾਤਰ ਲਈ ਬਚਨ ਨੇ, ਕੋਈ ਪਸ਼ੂ ਪੰਛੀਆਂ ਲਈ ਨਹੀਂ। ਕਿਉਂਕਿ ਇਹ ਪੰਕਤੀਆਂ ਨੂੰ ਕਿਸੇ ਪਸ਼ੂ ਦੇ ਕੰਨਾਂ ਵਿੱਚ ਪਿਆ ਤੇ ਉਹਨੂੰ ਸਮਝ ਨਹੀਂ ਆਉਣੀ, ਕਿਸੇ ਪੰਛੀ ਨੂੰ ਪਿਆ ਸਮਝ ਨਹੀਂ ਆਉਣੀ। ਸਮਝ ਆਣੀ ਆ ਮਨੁੱਖ ਨੂੰ, ਇਸ ਕਰਕੇ ਉਹਨੂੰ ਸਮਝਾਇਆ ਵੀ ਜੇ ਤੂੰ ਇੱਥੇ ਆ ਕੇ ਇਹ ਬੁੱਝ ਲਏਗਾ, ਆਪਣੇ ਆਪ ਨੂੰ ਪਛਾਣ ਲਏਗਾ, ਮੈਂ ਮਨੁੱਖ ਗੁਰੂ ਕੇ ਸ਼ਬਦ ਨੂੰ ਵਸਾਉਣਾ ਹੈ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਭਾਈ ਜਿਹੜਾ ਆਪਣੇ ਆਪ ਨੂੰ ਪਛਾਣ ਲੈਂਦਾ ਪਰਮੇਸ਼ਰ ਉਹਦਾ ਹੋ ਜਾਂਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਮਹਾਰਾਜ ਕਹਿੰਦੇ ਪਰਮੇਸ਼ਰ ਉਹਦਾ ਹੋ ਜਾਂਦਾ ਕਿਉਂਕਿ ਉਹ ਦਿਆਲੂ ਹੈ। ਜਿਹੜਾ ਉਹਦੀ ਬਾਣੀ ਪੜਦਾ, ਉਹਦੇ ਗੁਣ ਗਾਉਂਦਾ, ਉਹਦਾ ਹੀ ਹੋ ਜਾਂਦਾ। ਹੋਇਆ ਨਹੀਂ? ਉਦਾਹਰਣ ਨਹੀਂ, ਧੰਨੇ ਨੇ ਪੱਥਰ ਚੋਂ ਨਹੀਂ ਪਾਇਆ, ਪੱਥਰ ਚੋਂ ਕਿਹੜਾ ਪਾਉਂਦਾ ਦੱਸੋ? ਕੋਈ ਉਦਾਹਰਣ ਦੇ ਦਿਓ। ਨਾਮਦੇਵ ਜੀ ਨੇ ਨਹੀਂ ਪ੍ਰਾਪਤ ਕੀਤਾ। ਕਬੀਰ ਜੀ ਕਹਿੰਦੇ ਆ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ, ਗੰਗਾ ਦੀ ਲਹਿਰ ਵਿੱਚ ਡੋਬ ਦਿੱਤਾ ਸੀ ਉਹਨੂੰ, ਪਰਮੇਸ਼ਰ ਨੇ ਪਾਣੀ ਤੇ ਤਾਰ ਦਿੱਤਾ। ਉਹ ਦਿਆਲੂ ਹੈ। ਜਦੋਂ ਗੁਣ ਗਾਉਂਦਿਆਂ ਨੂੰ ਵਹਿੰਦਾ ਉਹਦੇ ਮਗਰ ਹੀ ਤੁਰ ਪੈਂਦਾ। ਹਰ ਤਰ੍ਹਾਂ ਦੇ ਰੂਪ ਬਣ ਜਾਂਦੇ ਉਸ ਪਰਮੇਸ਼ਰ ਦੇ। ਇਹ ਨਹੀਂ ਵੀ ਇੱਕੋ ਰੂਪ ਹੈ, ਜਿਹੜੇ ਰੂਪ ਵਿੱਚ ਕੋਈ ਚਾਹੁੰਦਾ ਉਹਦੇ ਚ ਬਦਲ ਜਾਂਦਾ। ਕਿੱਡਾ ਦਿਆਲੂ ਹੈ, ਉਹਦਾ ਬਣ ਜਾਂਦਾ ਨਾ। ਸਤਿਗੁਰੂ ਕਹਿੰਦੇ ਭਾਈ ਦਿਆਲਤਾ ਹੈ, ਪਰ ਬਿਨਾਂ ਭਾਗਾਂ ਤੋਂ ਇਹ ਗੱਲ ਨਹੀਂ ਜਾਣੀ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਸੱਚੇ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਇੱਕੋ ਨਜ਼ਰ ਨਾਲ ਸਾਰਿਆਂ ਨੂੰ ਵੇਂਦਾ ਹੈ, ਪਰ ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹੋ ਜਿਹਾ ਫਲ ਪਾਉਂਦਾ ਹੈ। ਜਿਸ ਤਰ੍ਹਾਂ ਸ਼ੀਸ਼ੇ ਦੀ ਉਦਾਹਰਣ ਦਿੱਤੀ ਹੈ, ਜਿਹੋ ਜਿਹਾ ਭਾਵ ਲੈ ਕੇ ਗੁਰੂ ਕੇ ਦਰਬਾਰ ਤੇ ਆਵਾਂਗੇ ਫਲ ਮਿਲੇਗਾ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੂੰ ਆਪ ਗਵਾਈਐ। ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਉਸ ਵੇਲੇ ਮਨ ਦੇ ਅੰਦਰ ਵਸੇਗਾ, ਉਸ ਵੇਲੇ ਤੁਸੀਂ ਆਪਣੇ ਆਪ ਦੀ ਪਛਾਣ ਕਰਾਓਗੇ ਜਦੋਂ ਆਪਣੇ ਅੰਦਰੋਂ ਨਾਮ ਵਸੇਗਾ ਤੇ ਹਉਮੈ ਨਿਕਲੇਗੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇੱਕ ਥਾਂ ਤੇ ਦੋ ਚੀਜ਼ਾਂ ਨਹੀਂ ਰਹਿ ਸਕਦੀਆਂ।
ਏਡੇ ਅਸੀਂ ਬਲੀ ਨਹੀਂ ਹੈ ਵੀ ਇੱਕ ਮਿਆਨ ਚ ਇੱਕ ਗਾਤਰੇ ਦੋ ਤਲਵਾਰਾਂ ਪਾ ਲਈ। ਉਹ ਗੁਰੂ ਹਰਗੋਬਿੰਦ ਸਾਹਿਬ ਸੀ, ਉਹ ਗ੍ਰਸਤੀ ਵੀ ਸੀ ਤੇ ਉਹ ਗੁਰੂ ਵੀ ਸੀ, ਉਹ ਫਕੀਰ ਵੀ ਸੀ, ਉਹ ਰੱਬ ਵੀ ਸੀ ਤੇ ਉਹ ਸੰਸਾਰੀ ਵੀ ਸੀ। ਏਡੇ ਨਹੀਂ ਅਸੀਂ। ਇਸ ਕਰਕੇ ਇੱਕੋ ਚੀਜ਼ ਰੱਖਣੀ ਪੈਣੀ ਹੈ, ਜਾਂ ਹੰਕਾਰ ਨੂੰ ਰੱਖ ਲਓ ਜਾਂ ਨਾਮ ਨੂੰ ਰੱਖ ਲਓ। ਜੇ ਗੁਰੂ ਨੂੰ ਰੱਖਾਂਗੇ ਤੇ ਲੋਕ ਪ੍ਰਲੇਖ ਸੁਹੇਲਾ, ਤੇ ਜੇ ਸਾਧ ਸੰਗਤ ਜੀ ਆਪਣੇ ਆਪ ਨੂੰ ਰੱਖਾਂਗੇ ਤੇ ਫਿਰ ਵਿਛੜ ਝੋਟਾਂ ਖਾਣੀਆਂ। ਇਹ ਪਾਵਨ ਵਿਚਾਰਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਅੱਜ ਸਾਨੂੰ ਗੁਰਵਾਕ ਰਾਹੀਂ ਬਖਸ਼ੀਆਂ। ਵਿਚਾਰਾਂ ਕਰਦਿਆਂ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਕਰਨੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪ ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਨੂੰ ਮਾਫ ਕਰੋ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ। ਜਨ ਕੋ ਨਦਰ ਕਰਮ ਹੋਵੇ, ਹਿਰਦਾ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਰਨ ਬੁਝੀ ਸੀਤਲ ਹੋਏ ਮਨ ਮਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਦਰਸ਼ਨ ਪਿਆਸੀ ਜਨ ਸਰਾਤ, ਚਿਤਵੋ ਵੰਦਰ ਨੀਤ। ਖੋਲ ਕਵੜ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਖ ਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਵ ਤੁਖ ਸਮਾਧੀ, ਨੂਰਿ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਹਰ ਕੀ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ। ਆਪੇ ਮੇਲ ਮਲਾਈ ਰਹਾਓ, ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ।
ਭਰਮ ਭੁੱਲਾ ਸੰਸਾਰਾ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾਮ ਪਛਾਣੈ, ਮਰ ਜਨਮੈ ਮਾਰੋ ਵਾਰਾ। ਹਉ ਮੇਰਾ ਜਗ ਪਲਟ ਰਹਿਆ ਭਾਈ, ਕੋਈ ਨ ਕਿਸੀ ਕੇਰਾ। ਗੁਰਮੁਖ ਮਹਿਲ ਪਾਇਣ ਗੁਣ ਗਾਇਨ, ਨਿਜ ਘਰ ਹੋਏ ਬਸੇਰਾ। ਐਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੂੰ ਆਪ ਗਵਾਈਐ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।